स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ईआई ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। कोरोना केसेस लगातार ਵਧਦੇ ਜਾ ਰਹੇ ਨੇ। ਸਥਿਤੀ ਗੰਭੀਰ ਹੈ, चिंता वाली है। पर ਕਿੰਨੀਆਂ ਕੁ ਗੰਭੀਰ ਕਿੰਨੀਆਂ ਕੁ चिंता ਦੇ ਵਿੱਚ ਸਾਡੀਆਂ ਸਰਕਾਰਾਂ ਨੇ, ਸਰਕਾਰਾਂ ਦੀਆਂ ਨੀਤੀਆਂ ਤੇ ਨਾਲ-ਨਾਲ ਨੀਅਤਾਂ ਕਿੰਨੀਆਂ ਕੁ ਸਾਫ਼ ਨੇ, ਇਹ ਜਾਣਨਾ ਬੜਾ ਜ਼ਰੂਰੀ ਹੈ। ਦਿੱਲੀ ਤੇ ਮਹਾਰਾਸ਼ਟਰ ਤੋਂ ਪੰਜਾਬ ਸਰਕਾਰ ਨੇ ਕੁਝ ਸਿੱਖਿਆ ਜਾਂ ਨਹੀਂ ਸਿੱਖਿਆ, ਇਸ ਤੇ ਵੀ ਚਿੰਤਨ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਨਿਤ ਨਵੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਵਾਸੀਆਂ ਨੂੰ। ਪਰ ਉਹਨਾਂ ਹਦਾਇਤਾਂ ਦੇ ਪਿੱਛੇ ਲੌਜਿਕ ਕੀ ਹੁੰਦਾ ਕਿ ਲੌਜਿਕ ਚੈੱਕ ਕੀਤਾ ਜਾਂਦਾ ਉਹਨਾਂ ਹਦਾਇਤਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਨਹੀਂ ਕੀਤਾ ਜਾਂਦਾ, ਇਸ ਤੇ ਵੀ ਚਰਚਾ ਕਰਾਂਗੇ। ਮੌਜੂਦਾ ਹਾਲਾਤ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨੇ, ਸਰਕਾਰੀ ਹਸਪਤਾਲਾਂ ਦੇ ਕਿੱਦਾਂ ਦੇ ਹਾਲਾਤ ਨੇ, ਪ੍ਰਾਈਵੇਟ ਹਸਪੀਟਲਸ ਦੇ ਵਿੱਚ ਕੀ ਕੋਈ ਥਾਂ ਬਚੀ ਹੈ ਜਾਂ ਨਹੀਂ ਬਚੀ ਹੈ। ਇਸ ਤੋਂ ਇਲਾਵਾ ਇੱਕ ਹੋਰ ਬੜੀ ਚਰਚਾ ਚੱਲ ਰਹੀ ਹੈ ਕਿ ਇਹ ਸਭ ਕੁਝ 5G ਕਰਕੇ ਹੋ ਰਿਹਾ, ਉਸ ਤੇ ਵੀ ਤੁਹਾਨੂੰ ਦੱਸਾਂਗੇ ਕਿ ਵਾਕਈ ਉਸ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਇਹ ਸਭ ਕੁਝ 5G ਕਰਕੇ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਬੜੇ ਸਾਰੇ ਦੁਕਾਨਦਾਰ, ਵਪਾਰ ਮੰਡਲ ਦੇ ਲੋਕ ਦੁਖੀ ਨੇ। ਸਰਕਾਰ ਨਿਤ ਨਵੀਆਂ ਹਦਾਇਤਾਂ ਜਾਰੀ ਕਰ ਦਿੰਦੀ ਹੈ ਜਿਹਦਾ ਇਸ ਬਿਮਾਰੀ ਦੀ ਰੋਕਥਾਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਉਹਨਾਂ ਦੇ ਹਿਸਾਬ ਦੇ ਮੁਤਾਬਕ ਹੈਗਾ। ਉਸ ਤੇ ਵੀ ਚਰਚਾ ਕਰਾਂਗੇ। ਅੱਜ ਹਰ ਉਸ ਪਹਿਲੂ ਤੇ ਚਰਚਾ ਕਰਾਂਗੇ ਜੋ ਤੁਹਾਡੇ ਨਾਲ ਜੁੜਦਾ ਹੋਏਗਾ, ਜੋ ਕੋਰੋਨਾ ਨਾਲ ਜੁੜਦਾ ਹੋਏਗਾ, ਜੋ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਨਾਲ ਜੁੜਦਾ ਹੋਏਗਾ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਨਾਲ ਕਰਾਉਂਦੇ ਹਾਂ, ਫਿਰ ਆਪਾਂ ਅੱਗੇ ਵਧਦੇ ਹਾਂ। प्रिंस खुल्लर साहब मौजूद ने, बुलार ने पंजाब कांग्रेस के ते सरकार दे विच एक अहम सीट भी रखते हैं, अहुदा भी रखते हैं, क्योंकि सरकार तो पूछिए तो सही कर की रही है सरकार। हुण SR लद्दड़ साहब मौजूद ने, साबका प्रिंसीपल सकत्तर ने पंजाब के, साबका IAS अफसर ने। दिलावर सिंह जी प्रधान ने वपार मंडल मोहाली दे। डॉक्टर अमरजीत सिंह जी MD ने मैडिसन दे, ते डॉक्टर इंद्रजीत सिंह राणा स्टेट प्रेजिडेंट ने नैशनल हैल्थ मिशन दे। राणा साहब ਨੂੰ ਵੀ ਇਸ ਕਰਕੇ ਸੱਦਿਆ ਕਿਉਂਕਿ ਇੱਕ ਹੋਰ ਵੱਡਾ ਝਟਕਾ ਪੰਜਾਬ ਵਾਸੀਆਂ ਨੂੰ ਲੱਗਣ ਜਾ ਰਿਹਾ ਜੇ ਸਰਕਾਰ ਨੇ ਇਹਨਾਂ ਦੀ ਕੋਈ ਗੱਲ ਨਾ ਸੁਣੀ ਤਾਂ। ਉਹ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਗ੍ਰਾਫਿਕ ਦੇ ਜ਼ਰੀਏ ਸਭ ਤੋਂ ਪਹਿਲਾਂ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਕੀ ਨੇ ਔਰ ਅਹਿਮ ਤੌਰ ਤੇ ਕਿਹੜੇ-ਕਿਹੜੇ ਮੁੱਦੇ ਨੇ ਜਿਸ ਤੇ ਡਿਸਕਸ਼ਨ ਹੋਣਾ ਬੜਾ ਜ਼ਰੂਰੀ ਹੈ, ਜਿਹਦੇ ਤੇ ਤੁਰੰਤ ਪ੍ਰਭਾਵ ਦੇ ਨਾਲ ਸਰਕਾਰ ਨੂੰ ਕਦਮ ਚੁੱਕਣੇ ਜ਼ਰੂਰੀ ਨੇ। ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਪਰ ਕਹਿਰ ਜਾਰੀ ਹੈ। ਸਰਕਾਰਾਂ ਦੇ ਦਾਅਵੇ ਕਿਉਂ ਫੇਲ ਹੋ ਰਹੇ ਨੇ ਇਹ ਲਗਾਤਾਰ ਸਮਝਣਾ ਪਏਗਾ, ਕਿਉਂਕਿ ਦਾਅਵੇ ਕੁਝ ਕੀਤੇ ਜਾਂਦੇ ਨੇ, ਵਫਾ ਕੁਝ ਹੁੰਦੇ ਨੇ। 1.5 ਸਾਲ ਬਾਅਦ ਵੀ ਤਿਆਰੀਆਂ ਕਿੱਥੇ ਨੇ, ਇਹ ਇੱਕ ਅਹਿਮ ਸਵਾਲ ਹੈਗਾ। ਸਾਲ ਪਹਿਲਾਂ ਵੀ ਲਾਕਡਾਊਨ, ਸਾਲ ਬਾਅਦ ਵੀ ਲਾਕਡਾਊਨ। ਸਰਕਾਰ ਕਿਉਂ ਸਪਸ਼ਟਤਾ ਦੇ ਨਾਲ ਫੈਸਲੇ ਨਹੀਂ ਲੈ ਪਾ ਰਹੀਆਂ, ਕਿਉਂ ਕੁਛ ਨਾ ਕੁਛ ਲਕੂਨੇ ਛੱਡ ਦਿੱਤੇ ਜਾਂਦੇ ਨੇ। ਜ਼ਮੀਨੀ ਹਕੀਕਤ ਤੋਂ ਸਰਕਾਰਾਂ ਕਿੰਨੀਆਂ ਕੁ ਦੂਰ ਨੇ। ਕਿਵੇਂ ਰੁਕੇ ਮੌਤਾਂ ਦਾ ਸਿਲਸਿਲਾ, ਹਰ ਰੋਜ਼ ਮੌਤਾਂ ਦਾ ਸਿਲਸਿਲਾ ਵੱਧ ਰਿਹਾ। 150, 170, 160 ਮੌਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਆਕਸੀਜਨ ਦੀ ਕਮੀ ਕਿਵੇਂ ਪੂਰੀ ਹੋਏਗੀ, ਇਹ ਇੱਕ ਵੱਡਾ ਸਵਾਲ ਹੈ। ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਕੱਲ੍ਹ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਕੀ 5G ਦੇ ਨਾਲ ਇਹ ਕਰੋਨਾ ਦੇ ਕੇਸਿਸ ਵਧੇ ਨੇ, ਇਹਦੇ ਪਿੱਛੇ ਕੋਈ ਸੱਚਾਈ ਹੈਗੀ ਹੈ। ਇਹ ਹੈ ਫਿਕਰ ਵਾਲੀ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ। ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਹੜਤਾਲ ਤੇ ਜਾਣ ਲਈ ਵਜੇਦ ਹੋ ਚੁੱਕੇ ਨੇ। ਕੱਲ੍ਹ ਤੋਂ ਇਹ ਹੜਤਾਲ ਤੇ ਜਾ ਰਹੇ ਨੇ। 9000 ਮੁਲਾਜ਼ਮ ਨੇ ਜੋ ਹੜਤਾਲ ਤੇ ਜੇ ਚਲੇ ਗਏ ਤਾਂ ਸਿਹਤ ਸਹੂਲਤਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ, ਕਿਉਂਕਿ ਇਹ ਉਹ ਮੁਲਾਜ਼ਮ ਨੇ ਜਿਹੜੇ ਸਿੱਧੇ ਤੌਰ ਤੇ ਕੋਰੋਨਾ ਵਰਗੀ ਬਿਮਾਰੀ ਦੇ ਨਾਲ ਲੜ ਰਹੇ ਨੇ। 9000 ਮੁਲਾਜ਼ਮ ਜੇ ਹੜਤਾਲ ਤੇ ਚਲਾ ਗਿਆ ਤਾਂ ਬਣੇਗਾ ਕੀ, ਇਹ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਹਾਲੇ ਤਾਂ ਸਾਡੇ ਕੋਲ ਪਹਿਲੇ ਮੁਲਾਜ਼ਮ ਪੂਰੇ ਨਹੀਂ ਹੋ ਰਹੇ। ਇਸ ਪੂਰੇ ਮੁੱਦੇ ਤੇ ਚਰਚਾ ਲੈ ਕੇ ਆਏ ਹਾਂ। ਮੈਂ ਸ਼ੁਰੂਆਤ ਦੇ ਵਿੱਚ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਜਦੋਂ ਵੀ ਕੋਈ ਫੈਸਲਾ ਲੈਂਦੀ ਉਹਦੇ ਪਿੱਛੇ ਲੌਜਿਕ ਜ਼ਰੂਰ ਦੇਖਣਾ ਚਾਹੀਦਾ ਹੈ। ਸਰਕਾਰ ਨੇ ਪਿਛਲੇ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਡਾਟਾ ਦੱਸਦਾ ਤੁਹਾਡੇ ਸਾਹਮਣੇ। 4 ਦਿਨ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ। ਮੀਟਿੰਗ ਦੇ ਵਿੱਚ ਰਿਵਿਊ ਮੀਟਿੰਗ ਜਿਹੜੀ ਹੁੰਦੀ ਆ, ਉਸ ਦੇ ਵਿੱਚ CM ਸਾਹਿਬ ਕਹਿੰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਲਾਕਡਾਊਨ ਕੋਈ ਸਮਾਧਾਨ ਹੈਗਾ, ਇਸ ਕਰਕੇ ਅਸੀਂ ਲਾਕਡਾਊਨ ਨਹੀਂ ਲਗਾਵਾਂਗੇ। 2 ਘੰਟਿਆਂ ਬਾਅਦ ਕੈਬਨਿਟ ਦੀ ਮੀਟਿੰਗ ਹੁੰਦੀ ਹੈ, ਉਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਂਦਾ ਕਿ ਵੀਕਐਂਡ ਲਾਕਡਾਊਨ ਲੱਗ ਗਿਆ ਜੀ, ਕਰਫਿਊ ਸ਼ਾਮ 6 ਵਜੇ ਹੋ ਗਿਆ। ਫਿਰ ਅੱਧੇ ਘੰਟੇ ਬਾਅਦ ਇੱਕ ਹੋਰ ਖਬਰ ਆ ਜਾਂਦੀ ਹੈ, ਕਰਫਿਊ ਤਾਂ 6 ਵਜੇ ਆ ਪਰ ਦੁਕਾਨਾਂ ਸਾਨੂੰ 5 ਵਜੇ ਬੰਦ ਕਰਨੀਆਂ ਪੈਣੀਆਂ ਨੇ। ਇੰਨੀ ਕਨਫਿਊਜ਼ਡ ਸਰਕਾਰ ਹੈਗੀ ਹੈ। ਸਰਕਾਰ ਨੂੰ ਇਹ ਨਹੀਂ ਪਤਾ ਕਿ ਅਸੀਂ ਕਰਨਾ ਕੀ ਹੈ ਤੇ ਕਿਵੇਂ ਕਰਨਾ। ਲੋਕ ਤਾਂ ਕਨਫਿਊਜ਼ਡ ਹੋਣਗੇ ਹੀ ਹੋਣਗੇ। ਉਸ ਤੋਂ ਬਾਅਦ ਫਿਰ ਇੱਕ ਖਬਰ ਆ ਜਾਂਦੀ ਹੈ, ਤੁਹਾਡੇ ਸਾਹਮਣੇ ਹੀ ਹੈ। ਇਹ ਜਿਹੜੀਆਂ ਕੱਲ੍ਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਅਸੈਂਸ਼ੀਅਲਸ ਦੁਕਾਨਾਂ ਜਿਹੜੀਆਂ ਖੁੱਲ੍ਹਣਗੀਆਂ, ਨਾਨ ਅਸੈਂਸ਼ੀਅਲ ਬੰਦ ਰਹਿਣਗੀਆਂ। ਹੁਣ ਇਹਦੇ ਵਿੱਚ ਵੀ ਕਨਫਿਊਜ਼ਨ ਹੈ। ਲਾਕਡਾਊਨ ਨਹੀਂ ਲੱਗਿਆ ਪਰ ਅੰਸ਼ਕ ਤੌਰ ਤੇ ਲਾਕਡਾਊਨ ਇਸ ਨੂੰ ਕਹਿ ਸਕਦੇ ਹੋ। ਜ਼ਰੂਰੀ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ, ਜਿਹੜੀਆਂ ਗੈਰ ਜ਼ਰੂਰੀ ਨੇ ਉਹ ਬੰਦ ਰਹਿਣਗੀਆਂ, ਪਰ ਲੋਕਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਲੋਕ ਆ ਜਾ ਸਕਦੇ ਨੇ, ਬਾਜ਼ਾਰਾਂ ਦੇ ਵਿੱਚ ਘੁੰਮ ਫਿਰ ਵੀ ਸਕਦੇ ਨੇ, ਆਵਾਜਾਈ ਵੀ ਉਸ ਤਰ੍ਹਾਂ ਚੱਲਦੀ ਰਹੇਗੀ। ਜਦੋਂ ਤੁਸੀਂ ਗੈਰ ਜ਼ਰੂਰੀ ਦੁਕਾਨਾਂ ਬੰਦ ਕਰ ਦਿੱਤੀਆਂ, ਲੋਕ ਫਿਰ ਵੀ ਬਾਜ਼ਾਰਾਂ 'ਚ ਨੇ, ਲੋਕ ਫਿਰ ਵੀ ਸੜਕਾਂ ਤੇ ਨੇ, ਫਿਰ ਉਹ ਗੈਰ ਜ਼ਰੂਰੀ ਦੁਕਾਨਾਂ ਬੰਦ ਕਿਹਦੇ ਵਾਸਤੇ ਕੀਤੀਆਂ? ਲੋਕਾਂ ਦਾ ਵਪਾਰ ਧੰਦਾ ਖਤਮ ਕਰਨ ਵਾਸਤੇ ਕੀਤੀਆਂ। ਤੁਹਾਡੀ ਨਜ਼ਰ ਦੇ ਵਿੱਚੋਂ ਗੈਰ ਜ਼ਰੂਰੀ ਹੋ ਸਕਦੀਆਂ, ਪਰ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ, ਜਿਨ੍ਹਾਂ ਨੇ ਕਿਸ਼ਤਾਂ ਭਰਨੀਆਂ, ਜਿਨ੍ਹਾਂ ਨੇ ਬਿਜਲੀ ਦੇ ਬਿੱਲ ਭਰਨੇ ਆ, ਜਿਨ੍ਹਾਂ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ। ਤੁਸੀਂ ਉਹਨਾਂ ਨੂੰ ਗੈਰ ਜ਼ਰੂਰੀ ਕੈਟਾਗਰੀ 'ਚ ਰੱਖਦੇ ਹੋ।
ਠੀਕ ਹੈ ਤੁਸੀਂ ਰੱਖੋ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਡਾ ਮਕਸਦ ਇਹ ਸੀਗਾ ਗੈਰ ਜ਼ਰੂਰੀ ਵਪਾਰਕ ਧੰਦੇ ਦੁਕਾਨਾਂ ਇਸ ਕਰਕੇ ਬੰਦ ਕੀਤੀਆਂ ਜਾਣ ਤਾਂ ਜੋ ਲੋਕ ਘੱਟ ਆਣ ਜਾਣ। ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਚਲੇ ਜਾਓ, ਕਿਸੇ ਵੀ ਸੂਬੇ ਕਸਬੇ 'ਚ ਚਲੇ ਜਾਓ, ਲੋਕ ਤਾਂ ਉਵੇਂ ਸੜਕਾਂ ਤੇ ਘੁੰਮ ਫਿਰ ਰਹੇ ਨੇ। ਫਿਰ ਇਹਦੇ ਪਿੱਛੇ ਲੌਜਿਕ ਕੀ ਹੈ? ਇਹਦੇ ਪਿੱਛੇ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹਦੇ ਪਿੱਛੇ ਤਰਕ ਕੀ ਹੁੰਦਾ? ਤੁਸੀਂ ਗੈਰ ਜ਼ਰੂਰੀ ਦੇ ਵਿੱਚ ਹੀ ਸ਼ਰਾਬ ਦੇ ਠੇਕੇ ਵੀ ਰੱਖੇ। ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਟਰ ਖੜਕਾਓ, ਇੱਕ ਤਾਕੀ ਖੁੱਲਦੀ ਹੈ, ਤੁਸੀਂ ਜੋ ਲੈਣਾ ਤੁਹਾਨੂੰ ਉਹ ਮਿਲ ਜਾਏਗਾ, ਅਧੀਆ ਪਊਆ ਬੋਤਲ ਜੋ ਚਾਹੀਦੀ ਹੈ ਤੁਹਾਨੂੰ ਪੈਸੇ ਦਿਓ ਤੁਹਾਨੂੰ ਮਿਲ ਜਾਏਗੀ। ਕੀ ਉਹ ਜ਼ਰੂਰੀ ਵਸਤਾਂ ਦੇ ਵਿੱਚ ਆਂਦਾ? ਉਹਨੂੰ ਕੈਟਰ ਕਿਉਂ ਸਰਕਾਰ ਜ਼ਰੂਰੀ ਵਸਤਾਂ ਦੇ ਵਿੱਚ ਕਰਦੀ ਹੈ? ਇਹ ਉਹਨਾਂ ਲੋਕਾਂ ਦਾ ਦਰਦ ਹੈ ਜਿਹੜੇ ਲੋਕਾਂ ਨੇ 1 ਸਾਲ ਪਹਿਲਾਂ ਵੀ ਲੋਕਡਾਊਨ ਹੰਡਾਇਆ ਤੇ ਹੁਣ ਫਿਰ ਲੋਕਡਾਊਨ ਹੰਡਾ ਰਹੇ ਨੇ। ਇਹ ਇੱਕ ਅਹਿਮ ਮੁੱਦਾ ਹੈ। ਸਭ ਤੋਂ ਪਹਿਲਾਂ ਖੁੱਲਰ ਸਾਹਿਬ, ਜਦੋਂ ਵੀ ਤੁਸੀਂ ਕੋਈ ਹਦਾਇਤਾਂ ਜਾਰੀ ਕਰਦੇ ਹੋ, ਜਦੋਂ ਵੀ ਤੁਸੀਂ ਕਹਿੰਦੇ ਹੋ ਲੋਕਾਂ ਨੂੰ ਕਿ ਇਹ ਸਾਰੀਆਂ ਹਦਾਇਤਾਂ ਮੰਨੋ, ਉਹਦੇ ਪਿੱਛੇ ਕੋਈ ਲੌਜਿਕ ਚੈੱਕ ਕਰਦੇ ਹੋ ਕਿ ਨਹੀਂ ਕਰਦੇ? ਬਸ ਜੋ ਦਿਲ ਦੇ ਵਿੱਚ ਆਏ ਉਹ ਕਹਿ ਦਿੱਤਾ। ਮੁੱਖ ਮੰਤਰੀ ਕਹਿੰਦੇ ਨੇ ਕਿ ਲੋਕਡਾਊਨ ਕੋਈ ਸਮਾਧਾਨ ਨਹੀਂ। 2 ਘੰਟੇ ਪਹਿਲਾਂ ਸਿਹਤ ਮੰਤਰੀ ਕਹਿੰਦੇ ਸੀਗੇ ਲੋਕਡਾਊਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਮਤਲਬ ਆਪਸ ਦੇ ਵਿੱਚ ਵੀ ਕੋਆਰਡੀਨੇਸ਼ਨ ਨਹੀਂ ਹੈ। देखो हरप्रीत जी सत श्री अकाल पहलों तो ਤੁਹਾਨੂੰ और सारे को पैनलिस्ट ਨੂੰ जी। हरप्रीत जी गल ये है कोई भी ऐसा गल नहीं होंदी कि सरकार बिना सोचे समझे कोई फैसला लेंदी। बकायदा ते एक्सपर्ट कमेटी डॉक्टर के तलवार जी दे अंडर बनी है, ਉਹਨਾਂ ਦੇ ਨਾਲ कोविड रिव्यू दी मीटिंग्स ਹੁੰਦੀਆਂ ਨੇ। देखो सरकार ਨੂੰ कोई शौक नहीं है ਕਿਸੇ ਦਾ ਕੰਮ ਬੰਦ ਕਰਾਉਣਾ ਜਾਂ ਕਿਸੇ ਨੂੰ ਫਾਈਨੈਂਸ਼ੀਅਲੀ ਨੁਕਸਾਨ ਕਰੀਏ। ਇਹ ਲੋਕ ਹਿੱਤ ਲਈ ਫੈਸਲੇ ਹੁੰਦੇ ਨੇ ਜਿਹੜੇ ਲਏ ਜਾਂਦੇ ਨੇ। ਔਰ ਜਿਹੜੀ ਗੱਲ ਆਪਾਂ ਕੀਤੀ ਜੀ ਕਮਿਊਨਿਟੀ 'ਚ ਆ ਗਿਆ, ਤੁਸੀਂ ਦੇਖੋ ਜਿੰਨੇ ਕੇਸਿਸ ਆ ਰਹੇ ਨੇ ਹੱਲੇ 7200 ਰੋਜ਼ ਦੇ ਕਰੀਬ ਕੇਸਿਸ ਨੇ। ਡੈਥ ਮੋਰਟੈਲਿਟੀ ਰੇਟ ਵੀ ਜ਼ਿਆਦਾ ਵਾ। ਉਹਦੇ ਪਿੱਛੇ ਕਾਫੀ ਸਾਰੇ ਕਾਰਨ ਨੇ ਜੀ। ਇੱਕ ਤੇ ਲੋਕ ਅਵੇਅਰ ਨਹੀਂ ਹੋ ਰਹੇ, ਲੋਕਾਂ ਨੂੰ ਬਾਰ-ਬਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਆਪਾਂ ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲੀਏ, ਇਕੱਠ ਨਾ ਕਰੀਏ ਬੇਵਜ੍ਹਾ। ਸੋ ਇਹ ਕਿਤੇ ਨਾ ਕਿਤੇ ਇਹਨੂੰ ਦੇਖਦੇ ਜੋ ਜਿਵੇਂ ਜਿਹੜੀ ਕੈਬਨਿਟ ਮਿਨਿਸਟਰਸ ਨੇ ਜਾਂ ਜਿਹੜੇ ਉਹਨਾਂ ਦੀ ਰਾਏ ਲਈ ਜਾਂਦੀ ਹੈ ਜਾਂ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਰਾਏ ਕਰਕੇ ਜਿਹੜੇ ਫੈਸਲੇ ਕੀਤੇ ਜਾਂਦੇ ਨੇ। ਇਹ ਬੜਾ ਸੌਖਾ ਜਿਹਾ ਹੁੰਦਾ ਖੁੱਲਰ ਸਾਹਿਬ, ਇਹ ਬੜਾ ਸੌਖਾ ਜਿਹਾ ਕੰਮ ਹੋ ਗਿਆ ਤੁਹਾਡੇ ਲਈ ਕਿ ਸਾਰਾ ਠੀਕ ਕਰਾ, ਤੁਸੀਂ ਜਨਤਾ ਦੇ ਸਿਰ ਹੀ ਭੰਨ ਦਿਓ ਕਿ ਲੋਕ ਨਹੀਂ ਅਵੇਅਰ ਹੋ ਰਹੇ। ਮੇਰੇ ਇੱਕ ਸਵਾਲ ਦਾ ਜਵਾਬ ਦਿਓ ਕਿ ਜਿਹੜਾ ਮੈਂ ਸਟਾਰਟਿੰਗ ਦੇ ਵਿੱਚ ਪੁੱਛਿਆ। ਇੱਕ ਮਿੰਟ ਸਵਾਲ ਤਾਂ ਸੁਣ ਲਓ। ਸਵਾਲ ਮੇਰਾ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਨੌਨ ਅਸੈਂਸ਼ੀਅਲਸ ਦੁਕਾਨਾਂ ਨੇ ਜਿਹੜੀਆਂ ਉਹ ਅਸੀਂ ਬੰਦ ਕਰ ਦਿੱਤੀਆਂ, ਅਸੀਂ ਉਹ ਨਹੀਂ ਖੁੱਲਣ ਦੇਣੀਆਂ। ਉਹਦਾ ਮੈਨੂੰ ਇੱਕ ਫਾਇਦਾ ਤਾਂ ਗਿਣਾ ਦਿਓ। ਤੁਸੀਂ ਜਨਤਾ ਨੂੰ ਰੋਕ ਨਹੀਂ ਰਹੇ, ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਨੇ, ਉਹ ਮਾਰਕੀਟ ਦੇ ਵਿੱਚ ਵੀ ਜਾ ਰਹੇ ਨੇ, ਉਹ ਗਲੀਆਂ ਦੇ ਵਿੱਚ ਵੀ ਸੜਕਾਂ ਤੇ ਵੀ ਜਾ ਰਹੇ ਨੇ। ਉਹਨਾਂ ਦੁਕਾਨਾਂ ਨੂੰ ਬੰਦ ਕਰਨ ਦਾ ਇੱਕ ਫਾਇਦਾ ਤਾਂ ਗਿਣਾ ਦਿਓ, ਕੀ ਹੋ ਰਿਹਾ? ਹਰਪ੍ਰੀਤ ਜੀ ਦੇਖੋ ਇਹ ਜਿਹੜੀਆਂ ਨੌਨ ਅਸੈਂਸ਼ੀਅਲ ਵਾਲੀਆਂ ਬੰਦ ਕੀਤੀਆਂ, ਇਹ ਤੁਸੀਂ ਦੇਖੋ ਲੋਕਾਂ ਨੂੰ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਕਿ ਹੱਲੇ ਵੀ ਲੋਕ ਸਮਝ ਜਾਣ। ਅਦਰਵਾਈਜ਼ ਜੇ ਫਿਰ ਪੂਰਨ ਲਾਕਡਾਊਨ ਕਰਨਾ ਪਊਗਾ ਜੀ, ਫਿਰ ਲੋਕਾਂ ਤੇ ਬਿਲਕੁਲ ਹੀ ਰਿਸਟ੍ਰਿਕਸ਼ਨ ਘਰਾਂ 'ਚ ਵੜ ਜਾਣਗੇ। ਅਸੀਂ ਉਹ ਵੀ ਨਹੀਂ ਚਾਹੁੰਦੇ ਕਿ ਮਾਨਸਿਕ ਤੌਰ ਤੇ ਵੀ ਲੋਕ ਹਰ ਇੱਕ ਨੂੰ ਕਿਸੇ ਨੂੰ ਘਰ 'ਚ ਬੰਦ ਕਰਕੇ ਵੀ ਰੱਖਣਾ ਠੀਕ ਨਹੀਂ ਹੈ। ਸੋ ਸਰਕਾਰ ਨੂੰ ਸਾਰੇ ਪਹਿਲੂਆਂ ਨਾਲ ਸੋਚਣਾ ਪੈ ਰਿਹਾ ਜੀ। ਲੋਕਾਂ ਨੂੰ ਵੀ ਸਮਾਜਿਕ ਜ਼ਿੰਮੇਵਾਰੀ ਲੋਕਾਂ ਦੀ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰਾ ਕੁਝ ਲੋਕਾਂ ਤੇ ਥੋਪਦੀ ਹੈ, ਪਰ ਹੁਣ ਹਰਪ੍ਰੀਤ ਜੀ ਜਾਨਾਂ ਵੀ ਤਾਂ ਬਚਾਉਣੀਆਂ ਨੇ ਨਾ ਆਪਣੇ ਸੂਬੇ ਦੇ ਲੋਕਾਂ ਦੀਆਂ, ਉਹਨਾਂ ਨੂੰ ਵੀ ਅਸੀਂ ਦੇਖਣਾ ਵਾ। ਹੁਣ ਦੇਖੋ ਜਿਹੜਾ ਸਰ ਜਾਨਾਂ ਬਚਾਉਣ ਲਈ ਆਪਾਂ ਕੀਤਾ ਕੀ ਹੈ? ਖੁੱਲਰ ਸਾਹਿਬ ਮੈਨੂੰ ਮਾਫ ਕਰਿਓ, ਮੈਨੂੰ ਥੋੜਾ ਜਿਹਾ ਅੱਜ ਮੇਰੇ ਵਰਡ ਤੁਹਾਨੂੰ ਕੋੜੇ ਲੱਗਣਗੇ। ਤੁਸੀਂ ਕਹਿੰਦੇ ਹੋ ਕਿ 1000 ਕਰੋੜ ਰੁਪਈਆ ਅਸੀਂ ਖਰਚ ਕੀਤਾ। ਸੁਣ ਤਾਂ ਲਓ, ਉਹ 1000 ਕਰੋੜ ਰੁਪਈਆ ਕਿੱਥੇ ਲਾਇਆ ਤੁਸੀਂ? 1 ਸਾਲ ਦੇ ਵਿੱਚ ਕੋਈ ਨਵਾਂ ਹਸਪਤਾਲ ਖੋਲਿਆ ਤੁਸੀਂ ਅੱਜ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਤੁਸੀਂ ਫਤਿਹ ਕਿਟ ਨਹੀਂ ਪ੍ਰੋਵਾਈਡ ਕਰਵਾ ਸਕਦੇ। ਤੁਸੀਂ ਇਸ਼ਤਿਹਾਰ ਦੇ ਕੇ ਲੋਕਾਂ ਤੋਂ ਆਕਸੀਮੀਟਰ ਵਾਪਸ ਮੰਗ ਰਹੇ ਹੋ ਕਿ ਸਾਡੇ ਕੋਲ ਆਕਸੀਮੀਟਰ ਨਹੀਂ ਹੈਗੇ। ਤੁਸੀਂ 1000 ਕਰੋੜ ਰੁਪਏ ਦਾ ਦਾਅਵਾ ਕੀਤਾ ਸੀਗਾ ਕਿ ਕਰੋਨਾ ਨੂੰ ਰੋਕਣ ਲਈ ਅਸੀਂ 1000 ਕਰੋੜ ਰੁਪਈਆ ਖਰਚਿਆ। ਕਿੱਥੇ ਖਰਚਿਆ ਉਹ 1000 ਕਰੋੜ ਰੁਪਈਆ? ਉਹ ਹੀ ਦੱਸ ਦਿਓ। ਵੈਂਟੀਲੇਟਰ ਚਲਾਉਣ ਦੇ ਲਈ ਸਾਡੇ ਕੋਲ ਬੰਦੇ ਨਹੀਂ ਹੈ। ਮੇਰੇ ਕੋਲ ਰਿਪੋਰਟ ਹੈਗੀ ਹੈ, ਵੈਂਟੀਲੇਟਰ ਤੁਸੀਂ ਪ੍ਰਾਈਵੇਟ ਹਸਪੀਟਲਸ ਨੂੰ ਦੇਤਾ ਕਿ ਤੁਸੀਂ ਚਲਾਓ, ਸਾਡੇ ਕੋਲ ਤਾਂ ਬੰਦੇ ਨਹੀਂ ਹੈ। 1000 ਕਰੋੜ ਰੁਪਈਆ ਕਿੱਥੇ ਗਿਆ? ਹਰਪ੍ਰੀਤ ਜੀ ਦੇਖੋ ਜਿਹੜਾ 1000 ਕਰੋੜ ਰੁਪਇਆ ਖਰਚ ਹੋਇਆ ਜੀ, ਦੇਖੋ ਜਦੋਂ ਕੋਵਿਡ-19 ਸ਼ੁਰੂ ਹੋਇਆ ਉਹਦੇ 'ਚ ਜਿਹੜੀਆਂ ਮਸ਼ੀਨਾਂ ਸੀਗੀਆਂ, ਚਾਹੇ ਉਹ ਟੈਸਟਿੰਗ ਸੀਗੀ ਜਾਂ ਵੈਂਟੀਲੇਟਰ ਸੀ ਜਾਂ ਹੋਰ ਜ਼ਰੂਰੀ ਇਕਵਿਪਮੈਂਟ ਸੀ ਬੈੱਡਾਂ ਦੀ ਸਟਰੈਂਥ ਕਰਨ ਵਾਸਤੇ, ਉਹਦੇ ਤੇ ਖਰਚਾ ਕੀਤਾ ਵਾ ਜੀ। ਚਾਹੇ ਉਹ ਕਿਟਸ ਸੀਗੀਆਂ, ਜੋ ਵੀ ਸਮਾਨ ਖਰੀਦਿਆ ਵਾ ਸਰਕਾਰ ਨੇ, ਉਹ ਇਹਦੇ ਰਿਗਾਰਡਿੰਗ ਹੀ ਖਰੀਦਿਆ, ਉਹਦਾ ਖਰਚ ਹੋਇਆ ਵਾ। ਉਹ ਤੇ ਕੋਈ ਵੀ ਲੈ ਸਕਦਾ RTI ਦੇ ਅਧੀਨ, ਉਹ ਵੈਬਸਾਈਟ ਤੇ ਵੀ ਹੈ ਜੀ। ਦੂਜਾ ਹਰਪ੍ਰੀਤ ਜੀ ਜਿਹੜਾ ਤੁਸੀਂ ਗੱਲ ਆਪਾਂ ਕਰ ਰਹੇ ਹਾਂ ਨਾ ਜੀ ਕਿ ਕੀ ਕੀਤਾ ਸਰਕਾਰ, ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਜੀ। ਫਤਿਹ ਕਿਟਸ ਆਪਾਂ 1,90,000 ਦੇ ਕਰੀਬ ਫਤਿਹ ਕਿਟਸ ਦੇ ਚੁੱਕੇ ਹਾਂ ਜੀ। ਅੱਜ ਵੀ ਸਾਡੀ ਜਿਹੜੀ ਯੂਥ ਕਾਂਗਰਸ ਹੈ ਜਾਂ ਜਿਹੜੇ ਪੰਜਾਬ ਕਾਂਗਰਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ, ਤੁਸੀਂ ਸੈਂਟਰ 'ਚ ਦੇਖੋ, ਅੱਜ ਤੁਹਾਨੂੰ
ਕਾਂਗਰਸ ਦੇ ਵਰਕਰ ਹੀ ਨਜ਼ਰ ਆ ਰਹੇ ਆ, ਚਾਹੇ ਉਹ ਅੰਬੈਸੀਆਂ 'ਚ ਆਕਸੀਜਨ ਪਹੁੰਚਾ ਰਹੇ ਆ, ਚਾਹੇ ਆਪਾਂ ਲੋਕਾਂ ਨੂੰ ਪਹੁੰਚਾ ਰਹੇ ਆ। ਸੈਂਟਰ ਗਵਰਨਮੈਂਟ ਦਾ ਤਾਂ ਕੋਈ ਸਾਥ ਹੀ ਨਹੀਂ ਹੈ। ਚਲੋ ਖੁੱਲਰ ਸਾਹਿਬ ਅੱਜ ਦੀ ਡਿਬੇਟ ਮੈਂ ਸਿਆਸੀ ਕਰਨਾ ਨਹੀਂ ਚਾਹੁੰਦਾ, ਇਸ ਲਈ ਮੈਂ ਕੋਈ ਸਿਆਸੀ ਪੈਨਲਿਸਟ ਨਹੀਂ ਬੁਲਾਇਆ। ਅੱਜ ਤੁਸੀਂ ਸਰਕਾਰ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ, ਇਸ ਕਰਕੇ ਸਰਕਾਰੀ ਬੰਦਾ ਬੁਲਾਇਆ ਮੈਂ ਤੁਹਾਡੀ ਨੁਮਾਇੰਦਗੀ ਲਈ। ਇਸ ਕਰਕੇ ਆਪਾਂ ਇਹਨੂੰ ਪੋਲੀਟੀਕਲ ਨਾ ਕਰੀਏ ਕਿ ਸਿਰਫ ਕਾਂਗਰਸ ਹੀ ਨਜ਼ਰ ਆ ਰਹੀ ਹੈ, ਬੀਜੇਪੀ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨਜ਼ਰ ਨਹੀਂ ਆ ਰਹੀ। ਮੈਂ ਇੱਕ ਮਿੰਟ ਵਾਪਸ ਆ ਜਾਣਾ। ਤੁਸੀਂ ਕਹਿੰਦੇ ਹੋ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਖੁੱਲਰ ਸਾਹਿਬ, ਅੱਜ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਚਲੇ ਜਾਓ, ਜਿਸ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਨਾ, ਘੱਟੋ ਘੱਟ 5 ਦਿਨ ਤਾਂ ਉਹਨੂੰ ਫਤਿਹ ਕਿੱਟ ਮਿਲਦੀ ਨਹੀਂ ਹੈ। ਉਸ ਤੋਂ ਬਾਅਦ ਦਾ ਮੈਨੂੰ ਪਤਾ ਨਹੀਂ। ਮੈਂ ਤੁਹਾਡੇ ਕੋਲ ਇੱਕ ਮਿੰਟ ਵਾਪਸ ਆ ਜਾਣਾ। ਮੈਂ ਇੱਕ ਜਵਾਬ ਦਿਲਾਵਰ ਸਿੰਘ ਹੋਰਾਂ ਤੋਂ ਜ਼ਰੂਰ ਲੈਣਾ। ਦਿਲਾਵਰ ਸਿੰਘ ਜੀ, ਜਿਵੇਂ ਇਹਨਾਂ ਨੇ ਕਿਹਾ ਖੁੱਲਰ ਸਾਹਿਬ ਨੇ ਕਿ ਇੱਕ ਨੌਕ ਕਰਨਾ ਹੁੰਦਾ, ਅਸੀਂ ਨੌਨ ਐਸੈਂਸ਼ੀਅਲ ਦੁਕਾਨਾਂ ਇਸ ਕਰਕੇ ਬੰਦ ਕਰਾਈਆਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਏ ਕਿ ਹਾਲਾਤ ਠੀਕ ਨਹੀਂ ਹੈਗੇ, ਲੋਕ ਸੁਧਰ ਜਾਣ। ਇਸ ਤਰਕ ਨਾਲ ਤੁਸੀਂ ਠੀਕ ਵਾਜਬ ਸਮਝਦੇ ਹੋ ਇਸ ਤਰਕ ਨੂੰ? ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿੰਨੇ ਵੀ ਸਾਡੇ ਮਤਲਬ ਪੰਜਾਬ ਦੇ ਜਾਂ ਹੋਰ ਦੇ ਮਤਲਬ ਦੇਸ਼ ਦੇ ਵਿੱਚ ਲੋਕ ਅੱਜ ਕਰੋਨਾ ਦੀ ਮਹਾਮਾਰੀ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ, ਮੈਂ ਸਭ ਤੋਂ ਪਹਿਲਾਂ ਵਪਾਰ ਮੰਡਲ ਦੀ ਤਰਫ ਤੋਂ ਉਹਨਾਂ ਦੀ ਜਲਦੀ ਸਿਹਤ ਦੀ ਕਾਮਯਾਬੀ ਵਾਸਤੇ ਅਰਦਾਸ ਕਰਦਾ ਜੀ। ਔਰ ਦੂਸਰੀ ਮਤਲਬ ਕਿ ਹਰਪ੍ਰੀਤ ਜੀ, ਜਿਵੇਂ ਤੁਸੀਂ ਆਪਣੇ ਓਪਨਿੰਗ ਦੇ ਵਿੱਚ ਹੀ ਬੜਾ ਕਲੀਅਰਲੀ ਦੱਸ ਦਿੱਤਾ ਕਿ ਕੋਈ ਵੀ ਜਿਹੜਾ ਪੰਜਾਬ ਗਵਰਨਮੈਂਟ ਕੋਈ ਵੀ ਸਟੈਪ ਲੈਂਦੀ ਹੈ ਉਹਦੇ ਪਿੱਛੇ ਕੋਈ ਵੀ ਤਰਕ ਨਹੀਂ ਹੈ। ਜਾਂ ਤਾਂ ਤੁਸੀਂ ਉਹ ਤਰਕ ਦਿਓ। ਹੁਣ ਖੁੱਲਰ ਸਾਹਿਬ ਆਪਣੇ ਹੁਣੇ ਹੀ ਕਹਿ ਕੇ ਹਟੇ ਆ ਕਿ ਅਸੀਂ, ਜਦੋਂ ਤੁਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਜਿਹੜਾ ਤੁਸੀਂ ਅੱਜ ਨਾਨ ਐਸੈਂਸ਼ੀਅਲ ਦੁਕਾਨਾਂ ਬੰਦ ਕਰਤੀਆਂ, ਇਹਦੇ ਪਿੱਛੇ ਕੋਈ ਤਰਕ ਤਾਂ ਦਿਓ, ਤਾਂ ਉਹ ਬੜਾ ਕਹਿ ਰਿਹਾ ਕਿ ਅਸੀਂ ਅਲਾਰਮਿੰਗ ਸਿਚੁਏਸ਼ਨ ਇੱਕ ਦਿਖਾ ਰਹੇ ਹਾਂ। ਕੀ ਤੁਹਾਨੂੰ ਇਹ ਵਪਾਰੀ ਤਬਕਾ ਹੀ ਲੱਭਾ ਅਲਾਰਮਿੰਗ ਸਿਚੁਏਸ਼ਨ ਦਿਖਾਉਣ ਵਾਸਤੇ? ਅੱਜ ਤੱਕ ਵਪਾਰੀ ਤਬਕਾ ਜਿਹੜਾ ਪਿਛਲੇ ਸਾਲ ਦਾ ਲੋਕਡਾਊਨ ਹੈ, ਜਿੰਦੇ 'ਚ 2 ਮਹੀਨੇ ਆਲਮੋਸਟ ਸਾਡੇ ਬਿਜ਼ਨੈਸ ਬੰਦ ਰਹੇ, ਉੱਥੋਂ ਹੀ ਨਹੀਂ ਅਜੇ ਤੱਕ ਨਿਕਲਿਆ। ਲੋਕਾਂ ਦਾ ਲੱਖਾਂ ਰੁਪਏ ਦਾ ਸਮਾਨ ਸਰ ਦੁਕਾਨਾਂ ਦੇ ਵਿੱਚ ਪਿਆ, ਸੜ ਗਿਆ, ਉਹ ਐਕਸਪਾਇਰ ਹੋ ਗਿਆ, ਆਊਟ ਆਫ ਡੇਟਡ ਹੋ ਗਿਆ, ਚੂਹੇ ਖਾ ਗਏ, ਜਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ। ਅੱਜ ਲੋਕ ਉਸ ਨੁਕਸਾਨ ਤੋਂ ਹੀ ਉਭਰੇ ਨਹੀਂ। ਅੱਜ ਔਰ ਕੱਲ ਗਵਰਨਮੈਂਟ ਨੇ ਔਰ ਅਚਨਚੇਤ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਵੀ ਅਸੀਂ ਕਰਨਾ ਕੀ ਹੈ, ਔਰ ਕੱਲ ਅਚਨਚੇਤ ਇੱਕ ਨੋਟੀਫਿਕੇਸ਼ਨ ਆ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਆਉਂਦੀ ਹੈ, ਹਰ ਕੋਈ ਸ਼ੌਕ ਦਾ ਹੋ ਜਾਂਦਾ। ਦਿਲਾਵਰ ਸਿੰਘ ਜੀ, ਜਿਹੜੇ ਖੁੱਲਰ ਸਾਹਿਬ ਨੇ ਕਿਹਾ ਕਿ ਨਾਨ ਐਸੈਂਸ਼ੀਅਲ ਦੁਕਾਨਾਂ ਜੋ ਤੁਸੀਂ ਬੰਦ ਕਰ ਦਿੰਦੇ ਆ, ਲੋਕਾਂ ਦੀ ਆਵਾਜਾਈ ਘੱਟ ਜਾਂਦੀ ਹੈ। ਲੋਕ ਤਾਂ ਅੱਜ ਮੈਂ ਮਾਰਕੀਟ 'ਚ, ਤੁਸੀਂ ਮੁਹੱਲੀ ਦੀਆਂ ਮਾਰਕੀਟਾਂ 'ਚ ਜਾ ਕੇ ਦੇਖ ਲਓ, ਲੋਕ ਤਾਂ ਉਦਾਂ ਹੀ ਫਿਰ ਰਹੇ ਆ। ਜਦੋਂ ਤੁਸੀਂ ਲੋਕਾਂ ਦੀ ਆਵਾਜਾਈ ਦੇ ਉੱਪਰ ਕੋਈ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਲਗਾਈ, ਤਾਂ ਫਿਰ ਦੁਕਾਨਾਂ ਨੂੰ ਬੰਦ ਕਰਕੇ ਤੁਸੀਂ ਛੋਟੇ ਵਪਾਰੀ ਨੂੰ ਕਿਉਂ ਮਾਰ ਰਹੇ ਹੋ? ਅੱਜ ਜਿਹੜਾ ਛੋਟਾ ਵਪਾਰੀ ਹੈ ਸਰ, ਇਹ ਤਾਂ ਪੰਜਾਬ ਸਰਕਾਰ ਦਾ ਜਾਂ ਕਿਤੇ ਵੀ ਇੰਡੀਆ ਦੇ ਵਿੱਚ ਹੈ, ਉਹ ਕਮਾਊ ਪੁੱਤ ਹੈ ਤੁਹਾਡੀ ਸਰਕਾਰ ਦਾ। ਉਹ ਤੁਹਾਨੂੰ GST ਇਕੱਠੀ ਕਰਕੇ ਦੇ ਰਿਹਾ। ਹਰ ਦੁਕਾਨਦਾਰ ਜਿਹੜਾ ਕੋਈ ਛੋਟਾ ਵੱਡਾ ਕੋਈ ਰੇਹੜੀ ਵੀ ਲਗਾ ਰਿਹਾ, ਉਸਨੇ ਵੀ ਆਪਣੀ ਰੇਹੜੀ ਦੇ ਉੱਪਰ ਕੋਈ 2 ਕਾਮੇ ਰੱਖੇ ਹੋਏ ਆ। ਕਿਸੇ ਦੁਕਾਨ ਦੇ ਵਿੱਚ 5 ਕਾਮੇ ਕੰਮ ਕਰਦੇ ਆ, ਕਿਸੇ 'ਚ 10 ਕਰ ਰਿਹਾ। ਉਹ 10 ਪਰਿਵਾਰਾਂ ਦਾ ਇੱਕ ਦੁਕਾਨ ਤੋਂ ਕੰਮ ਚੱਲ ਰਿਹਾ। ਜਦੋਂ ਤੁਸੀਂ ਅੱਜ ਉਸ ਦੁਕਾਨ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ, ਉਹਨੂੰ ਕਿਰਾਇਆ ਪੈ ਰਿਹਾ ਦੁਕਾਨ ਵਾਲੇ ਨੂੰ। ਕਿ ਉਹ ਆਪਣੇ ਸਟਾਫ ਨੂੰ ਕੀ ਕਹੇਗਾ ਕਿ ਮੈਂ ਤੁਹਾਨੂੰ ਹੁਣ ਤਨਖਾਹ ਨਹੀਂ ਦਿੰਦਾ? ਜਿਹੜਾ ਸਟਾਫ ਤੁਹਾਡੇ ਕੋਲੇ ਅੱਜ ਕਿਸੇ ਕੋਲੇ 10 ਸਾਲ ਤੋਂ ਕੰਮ ਕਰ ਰਿਹਾ, ਕਿਸੇ ਕੋਲੇ 20 ਸਾਲ ਤੋਂ ਕੰਮ ਕਰ ਰਿਹਾ, ਅਸੀਂ ਨਹੀਂ ਉਹਨੂੰ ਇਦਾਂ ਤੋੜ ਕੇ ਸੁੱਟ ਸਕਦੇ। ਜਿਵੇਂ ਸਰਕਾਰ ਨੇ ਅੱਜ ਇੱਕ ਸਾਡੇ ਤੇ ਆਰਡਰ ਲਗਾਤਾ ਵਪਾਰੀਆਂ ਦੇ ਉੱਪਰ ਕਿ ਤੁਸੀਂ ਨਾਨ ਐਸੈਂਸ਼ੀਅਲ ਸਾਰੀਆਂ ਬੰਦ ਕਰ ਦਿਓ। ਅਸੀਂ ਤਾਂ ਆਪਣੇ ਸਟਾਫ ਨੂੰ ਇਦਾਂ ਨਹੀਂ ਮਤਲਬ ਤੋੜ ਕੇ ਸੁੱਟ ਸਕਦੇ ਕਿ ਸਰਕਾਰ ਦੀ ਨਜ਼ਰ ਦੇ ਵਿੱਚ ਭਾਵੇਂ ਨਾਨ ਐਸੈਂਸ਼ੀਅਲ ਹੋਵੇ, ਪਰ ਜਿਨ੍ਹਾਂ ਲੋਕਾਂ ਤੇ ਬੀਤ ਰਹੀ ਹੈ ਉਹਨਾਂ ਤੋਂ ਪੁੱਛ ਕੇ ਦੇਖੋ ਉਹਨਾਂ ਲਈ ਕਿੰਨਾ ਜ਼ਰੂਰੀ ਹੈ। ਮਤਲਬ ਅੱਜ ਅਜੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਸਾਨੂੰ ਪਿਛਲੇ ਸਮੇਂ ਦਾ ਜਿਹੜਾ ਲੋਕਡਾਊਨ ਦਾ ਬੰਦ ਕੀਤਾ, ਕਿ ਤੁਸੀਂ ਅੱਜ ਸਰਕਾਰ ਦੇ ਬੁਲਾਰੇ ਬੈਠੇ ਆ ਇੱਥੇ ਖੁੱਲਰ ਸਾਹਿਬ, ਮੈਨੂੰ ਇੱਕ ਚੀਜ਼ ਦੱਸ ਦੇਣ ਕਿ ਇਹਨਾਂ ਨੇ ਕਿਸੇ ਦੁਕਾਨਦਾਰ ਵਪਾਰੀ ਨੂੰ 1 ਰੁਪਏ ਦੀ ਵੀ ਸਹਾਇਤਾ ਦਿੱਤੀ ਹੋਵੇ। ਪਿਛਲੇ ਲੋਕਡਾਊਨ ਦੇ ਵਿੱਚ ਸਰ ਦੁਕਾਨਾਂ ਬੰਦ ਰਹੀਆਂ, ਆਲਮੋਸਟ 2-2 ਮਹੀਨੇ ਦੁਕਾਨਾਂ ਬੰਦ ਰਹੀਆਂ। ਬਿਜਲੀ ਦੇ ਬਿੱਲ ਇਹਨਾਂ ਨੇ ਐਵਰੇਜ ਦੇ ਹਿਸਾਬ ਨਾਲ ਲੱਖਾਂ ਰੁਪਏ ਦੇ ਬਿੱਲ ਭੇਜ ਦਿੱਤੇ। ਔਰ ਕਿੱਥੋਂ ਮਤਲਬ ਤੁਸੀਂ ਬੰਦੇ ਨੇ ਦੁਕਾਨ, ਚਲੋ ਲੋਕਡਾਊਨ ਅਨਲੌਕ ਹੋਇਆ। ਇੱਕ ਛੋਟਾ ਜਿਹਾ ਸਵਾਲ ਆਊਟ ਆਫ ਦਾ ਵੇ ਜਾ ਕੇ ਸਵਾਲ ਹੋਏਗਾ। ਸਰਕਾਰ ਕਹਿੰਦੀ ਹੈ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਤਾਂ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਸਾਥ ਮੰਗ ਰਹੇ ਨੇ। ਸਰ ਅਸੀਂ ਸਾਥ ਦੇਣ ਵਾਸਤੇ ਤਿਆਰ ਹਾਂ। ਅਸੀਂ ਸਾਥ ਦੇਣ, ਅਸੀਂ ਕਦੀ ਵੀ ਨਹੀਂ ਕਹਿੰਦੇ ਅਸੀਂ ਹੁਣ ਉਹਦੇ ਪਿੱਛੇ ਲੌਜੀਕ ਹੋਵੇ, ਉਹਦੇ ਪਿੱਛੇ ਲੌਜੀਕ ਹੋਵੇ। ਹਰਪ੍ਰੀਤ ਜੀ, ਹੁਣ ਜਿਵੇਂ ਵੈਕਸੀਨੇਸ਼ਨ ਦੀ ਡਰਾਈਵ ਚੱਲੀ, ਅਸੀਂ ਆਪਣੀਆਂ ਮਾਰਕੀਟਾਂ ਦੇ ਵਿੱਚ ਮਾਰਕੀਟ ਐਸੋਸੀਏਸ਼ਨਸ ਨੇ ਕੈਂਪ ਲਗਾ ਕੇ ਅਸੀਂ ਆਪਣੇ ਸਟਾਫ ਦੀ ਵੈਕਸੀਨੇਸ਼ਨ ਕਰਾਈ। ਅਸੀਂ ਹੋਰ ਲੋਕਾਂ ਨੂੰ ਸੱਦ ਕੇ ਆਪਣੀਆਂ ਮਾਰਕੀਟਾਂ ਦੇ ਵਿੱਚ ਵੈਕਸੀਨੇਸ਼ਨ ਕਰਾਈ। ਅਸੀਂ ਸਰਕਾਰ ਦਾ ਹਰ ਜਗ੍ਹਾ ਤੇ ਸਾਥ ਦੇਣ ਵਾਸਤੇ ਤਿਆਰ ਹਾਂ, ਪਰ ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਵੀ ਉਹ ਵੀ ਵਪਾਰੀ ਵਰਗ ਦੇ ਨਾਲ ਖੜੇ? ਜਾਂ ਸਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਤੁਹਾਡਾ ਮਾਂ-ਬਾਪ ਹੁੰਦੀਆਂ ਨੇ।
ਠੀਕ ਹੈ। ਤੁਹਾਡੇ ਸਿਟੀਜ਼ਨ ਦਾ ਮਾਂ-ਬਾਪ ਬਿਲਕੁਲ, ਹੁੰਦੀਆਂ ਨੇ। ਬਿਲਕੁਲ, ਸਰਕਾਰ ਲੱਦਰ ਨੂੰ ਵੀ ਆਪਣਾ ਫਰਜ਼ ਜਿਹੜਾ ਹੈ ਠੀਕ ਹੈ। ਉਹ ਨਿਭਾਉਣਾ ਚਾਹੀਦਾ ਹੈ। ਠੀਕ ਹੈ ਲੱਦਰ ਸਾਹਿਬ, ਤੁਸੀਂ ਸਰਕਾਰ ਦਾ ਹਿੱਸਾ ਰਹੇ ਹੋ, ਅਫਸਰ ਰਹੇ ਹੋ, ਪ੍ਰਿੰਸੀਪਲ ਸੈਕਟਰੀ ਰਹੇ ਹੋ। ਅਕਸਰ ਇਹ ਹੁੰਦਾ ਹੈ ਕਿ ਸਰਕਾਰ ਜਦੋਂ ਵੀ ਕੋਈ ਤਜਵੀਜ਼ਾਂ ਦਿੰਦੀ ਹੈ ਜਾਂ ਜਦੋਂ ਵੀ ਕੋਈ ਹਦਾਇਤਾਂ ਜਾਰੀ ਕਰਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੋ ਅਫਸਰ ਸਾਨੂੰ ਕਹਿੰਦੇ ਨੇ, ਇਹ ਜੋ ਅਫਸਰ ਲਿਖ ਕੇ ਦੇ ਦਿੰਦੇ ਨੇ ਉਹੀ ਸਾਰਾ ਕੁਝ ਮੰਨ ਲਿਆ ਜਾਂਦਾ ਹੈ। ਇਹ ਵਾਕਈ ਇਹ ਸਥਿਤੀ ਲੱਗ ਰਹੀ ਹੈ ਜਾਂ ਤੁਹਾਨੂੰ ਵੀ ਲੱਗਦਾ ਕਿ ਸਰਕਾਰ ਸਹੀ ਰਾਹ ਤੇ ਚੱਲ ਪਾ ਰਹੀ ਹੈ? ਹਰਪ੍ਰੀਤ ਜੀ, ਮੈਂ ਦੇਖੋ ਆਪਣਾ ਇਹ ਜਿਹੜਾ ਬਿਲਕੁਲ ਤਾਲਮੇਲ ਨਾਲ ਚੱਲਿਆ ਜਾਂਦਾ। ਸੈਂਟਰ ਗਵਰਨਮੈਂਟ ਜਦੋਂ ਪ੍ਰਾਈਮ ਮਿਨਿਸਟਰ ਦੇ ਨਾਲ ਤਾਲਮੇਲ ਹੁੰਦਾ ਬਿਊਰੋਕ੍ਰੇਸੀ ਦਾ, ਤੇ ਉੱਥੇ ਡਿਸੀਜਨ ਲੈ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਸਟੇਟ ਗਵਰਨਮੈਂਟ ਹੈ ਉਹ ਬਿਊਰੋਕ੍ਰੇਸੀ ਦੇ ਨਾਲ ਤੇ ਮੁੱਖ ਮੰਤਰੀ ਦੇ ਤਾਲਮੇਲ ਨਾਲ ਡਿਸੀਜਨ ਲੈ ਜਾਂਦੇ ਆ। ਮੈਂ ਤੁਹਾਨੂੰ ਦੱਸਦਾ, ਮੈਂ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਆ ਜੀ। ਜਦੋਂ ਹੜ੍ਹ ਆਣੇ ਹੁੰਦੇ ਆ ਤਾਂ ਹੜ੍ਹ ਆਏ ਦੇ ਉੱਤੇ ਇੰਤਜ਼ਾਮ ਨਹੀਂ ਕੀਤੇ ਜਾਂਦੇ, ਹੜ੍ਹ ਤੋਂ ਪਹਿਲਾਂ ਇੰਤਜ਼ਾਮ ਕੀਤੇ ਜਾਂਦੇ। 4 ਮਹੀਨੇ ਪਹਿਲਾਂ ਉੱਥੇ ਆਪਣਾ ਕਿਹੜੀ ਜਗ੍ਹਾ ਤੇ ਬੰਦ ਵੀਕ ਹੈ ਉੱਥੇ ਉਹਦੀ ਰਿਪੇਅਰ ਕੀਤੀ ਜਾਂਦੀ ਆ, ਬੋਰੀਆਂ ਦਾ ਪ੍ਰਬੰਧ ਕੀਤਾ ਜਾਂਦਾ ਆ, ਤੇ ਪਸ਼ੂਆਂ ਦਾ ਚਾਰਾ ਤੂੜੀ ਆਇਡੈਂਟੀਫਾਈ ਕੀਤਾ ਜਾਂਦਾ ਆ, ਇਵੈਕੂਏਸ਼ਨ ਆਇਡੈਂਟੀਫਾਈ ਕੀਤਾ ਜਾਂਦਾ। ਇਹ ਨਹੀਂ ਹੁੰਦਾ ਹੈਗਾ ਕਿ ਵਿਹੜੇ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ। ਤੇ ਇਹ ਇੰਤਜ਼ਾਮ ਜਿਹੜੇ ਹੈਗੇ ਆ, ਜਦੋਂ ਪਿਛਲੇ ਸਾਲ ਨਵੰਬਰ 2019 ਦਾ ਕਰੋਨਾ ਦਸਤਕ ਦੇ ਰਿਹਾ ਜੀ, ਤੇ ਫਰਵਰੀ 2020 ਦੇ ਵਿੱਚ ਨਮਸਤੇ ਟਰੰਪ ਸਰਕਾਰ ਆਰਗੇਨਾਈਜ਼ ਕਰਾ ਰਹੀ ਹੈ, ਤੇ ਲਾਕਡਾਊਨ ਅਪ੍ਰੈਲ ਮਈ ਦੇ ਵਿੱਚ ਹੋ ਰਿਹਾ। ਤੇ ਅੱਜ ਸਾਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਾਨੂੰ ਉਹ ਵੇਸਲੇ ਪਕੜ ਲਿਆ ਗਿਆ, ਸਾਨੂੰ ਪਤਾ ਹੀ ਨਹੀਂ ਸੀ, ਸਾਨੂੰ ਪਤਾ ਨਹੀਂ ਸੀਗਾ। ਸੋ ਸਾਰਾ ਕੁਝ ਪਤਾ। ਅੱਛਾ, ਜਿਹੜੇ ਸਾਇੰਸਦਾਨ ਹੈ ਉਹ ਵਾਰ-ਵਾਰ ਚੀਕਾਂ ਮਾਰ ਰਹੇ ਆ ਕਿ ਜੀ ਸੈਕੰਡ ਵੇਵ ਆਉਣ ਵਾਲੀ ਹੈ, ਉਹਦੇ ਬਾਵਜੂਦ ਵੀ ਚੋਣਾਂ ਦੇ ਉੱਤੇ ਨਹੀਂ ਟਾਲਾ ਵੱਟਿਆ ਜਾ ਰਿਹਾ, ਉਹਦੇ ਬਾਵਜੂਦ ਆਪਣੇ ਕੁੰਭ ਵਰਗੇ ਮੇਲੇ ਹੋ ਰਹੇ ਆ, ਉਹਦੇ ਬਾਵਜੂਦ ਸਾਡਾ ਪੰਜਾਬ ਸਟੇਟ 2 ਤਰੀਕ ਤੋਂ ਬਾਅਦ ਜਾਗ ਰਿਹਾ ਜਾਂ 2 ਤਰੀਕ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ। ਮਤਲਬ ਆਪਾਂ ਕਿਹਦੀ ਵੇਟ ਕਰ ਰਹੇ ਹਾਂ? ਆਪਾਂ ਕੀ ਸਾਨੂੰ ਕੇਂਦਰ ਸਰਕਾਰ ਦੇ ਮੁਤਾਬਕ ਚੱਲਣਾ ਚਾਹੀਦਾ ਕਿ ਅਸੀਂ ਆਪਣੇ ਫੈਸਲੇ, ਸਾਡੀ ਆਪਣੀ ਸਰਕਾਰ? ਕੇਂਦਰ ਤਾਂ ਛੱਡ ਚੁੱਕੀ ਹੈ ਸਟੇਟ ਗਵਰਨਮੈਂਟਸ ਦੇ ਉੱਤੇ, ਸੂਬਾ ਸਰਕਾਰਾਂ ਦੇਖਣ ਹੁਣ ਕਰਨਾ ਕੀ ਹੈ। ਪਰ ਸੂਬਾ ਸਰਕਾਰ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਟੇਟ ਨੂੰ ਕਿਵੇਂ ਬਚਾਉਣਾ ਆ। ਸਾਰੇ ਸੂਬਿਆਂ ਦੇ ਵਿੱਚੋਂ ਜੇ ਤੁਸੀਂ ਕੇਰਲਾ ਨੂੰ ਦੇਖੋ, ਹਾਲਾਂਕਿ ਉੱਥੇ ਇਲੈਕਸ਼ਨ ਵੀ ਹੋਏ ਆ, ਇਹਦੇ ਬਾਵਜੂਦ ਵੀ ਕੇਰਲਾ ਸਰਕਾਰ ਨੇ ਆਪਣੇ ਪੱਧਰ ਤੇ ਜਿਹੜੀ ਕਾਰਗੁਜ਼ਾਰੀ ਉਹਨਾਂ ਦੀ ਬੈਸਟ ਹੈ। ਸੋ ਅਸੀਂ ਕਿਉਂ ਨਹੀਂ ਕਰ ਸਕਦੇ? ਕੇਸਿਸ ਵੀ ਘੱਟ ਹੈ। ਅਸੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਸਕਦੇ? ਜੋ ਪੰਜਾਬ 'ਚ ਅੱਜ ਅਸੀਂ ਕਹਿੰਦੇ ਕਿ ਬਾਹਰਲੇ ਸੂਬਿਆਂ ਤੋਂ ਲੋਕਾਂ ਨੂੰ ਆਉਣ ਨਹੀਂ ਦੇਣਾ, ਕੀ ਅਸੀਂ ਪਹਿਲਾਂ ਨਹੀਂ ਸੋਚ ਸਕਦੇ? ਤੇ ਦੂਸਰੀ ਗੱਲ ਹੈ, ਜੇ ਐਸੈਂਸ਼ੀਅਲ ਕਮੋਡਿਟੀ ਦੇ ਉੱਤੇ ਲੋਕੀ ਜਾ ਕੇ ਦੁਕਾਨਾਂ ਨੂੰ ਵਿਜ਼ਿਟ ਕਰ ਸਕਦੇ ਆ, ਖਰੀਦੋ ਫਰੋਖਤ ਕਰ ਸਕਦੇ ਆ, ਤੇ ਬਾਕੀ ਜਿਹੜੇ ਵਪਾਰੀ ਹੈ ਜਾਂ ਬਾਕੀ ਦੁਕਾਨਦਾਰ ਹੈ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਕਰੋਨਾ ਬੈਠਾ ਉਹਨਾਂ ਨੂੰ ਚੰਬੜ ਰਿਹਾ। ਮੈਂ ਸਮਝਦਾ ਹੈਗਾ ਕਿ ਇਹ ਜਿਹੜੀ ਪਾਲਿਸੀ ਆ ਇਹ ਸਰਕਾਰ ਵੱਲੋਂ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਡਰ ਨਹੀਂ ਹੈ ਜਾਂ ਇਹਦਾ ਪ੍ਰਭਾਵ ਨਹੀਂ ਹੈ ਕਰੋਨਾ ਦਾ, ਲੇਕਿਨ ਜਿਹੜੇ ਫੈਸਲੇ ਆ ਉਹ ਆਪਣੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਵੱਲ ਜਾਂ ਗਰੀਬੀ ਵੱਲ ਜਾਂ ਕਰਜ਼ੇ ਵੱਲ ਲੈ ਕੇ ਜਾਣ ਵਾਲੇ ਨਹੀਂ ਹੋਣੇ ਚਾਹੀਦੇ। ਲੋਕਾਂ ਦੀ ਜਿਹੜੀ ਅਵੇਅਰਨੈਸ ਹੈ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਭਈ ਡੂਜ਼ ਐਂਡ ਡੋਂਟਸ ਹੈਗੇ ਆ, ਇਹਨਾਂ ਨੂੰ ਤੁਸੀਂ ਫੋਲੋ ਕਰੋ ਔਰ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਾਇਆ ਜਾਵੇ, ਉਹਨਾਂ ਨੂੰ ਸਖਤੀ ਨਾਲ ਲਾਗੂ ਕਰਾਇਆ ਜਾਵੇ। ਤਾਂ ਇਸ ਕਰਕੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਇਹ ਜਿਹੜੇ ਅਚਾਨਕ ਲਾਕਡਾਊਨ ਦਾ ਡਿਸੀਜਨ ਹੈ ਜਾਂ ਜਿਹੜੇ ਨਾਨ ਐਸੈਂਸ਼ੀਅਲ ਕਮੋਡਿਟੀ ਦਾ ਡਿਸੀਜਨ ਹੈ, ਮੈਂ ਸਮਝਦਾ ਹੈਗਾ ਕਿ ਇਹਦੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ। ਠੀਕ ਹੈ ਡਾਕਟਰ ਅਮਰਜੀਤ ਸਿੰਘ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਇੱਕ ਗੱਲ ਜਾਣਨਾ ਚਾਹੁੰਦਾ, ਹਾਲੇ ਵੀ ਪੰਜਾਬ ਦੇ ਵਿੱਚ ਬੜੇ ਸਾਰੇ ਲੋਕ ਨੇ, ਚਲੋ ਸਰਕਾਰ ਦਾ ਜੋ ਕਰ ਰਹੀ ਹੈ ਉਹ ਪਤਾ ਹੀ ਹੈ, ਪਰ ਬੜੇ ਸਾਰੇ ਲੋਕ ਨੇ ਜਿਹੜੇ ਕਮੈਂਟਸ ਵੀ ਕਰਦੇ ਨੇ, ਜਿਹੜੇ ਲੋਕ ਕਹਿੰਦੇ ਵੀ ਨੇ ਕਿ ਦੇਖੋ ਜੀ ਕਰੋਨਾ ਤਾਂ ਕੁਝ ਹੈ ਹੀ ਨਹੀਂ ਹੈ, ਹਲੇ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਰੋਨਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਹ ਸਰਕਾਰਾਂ ਵੱਲੋਂ ਬਣਾਈ ਗਈ ਹੈ, ਪੋਲੀਟੀਕਲ ਪਾਰਟੀਆਂ ਵੱਲੋਂ ਬਣਾਈ ਗਈ ਹੈ, ਇਹ ਜੇਬ 'ਚ ਰੱਖ ਕੇ ਚੱਲਦੇ ਨੇ, ਕਰੋਨਾ ਜਦੋਂ ਦਿਲ ਕਰਦਾ ਕੱਢ ਦਿੰਦੇ ਨੇ। ਹਾਲਾਂਕਿ ਇਸ ਦੇ ਲਈ ਕਾਫੀ ਹੱਦ ਤੱਕ ਸਰਕਾਰਾਂ ਹੀ ਜ਼ਿੰਮੇਵਾਰ ਹੈ। ਇੰਨੀ ਲੋਕਾਂ ਦੇ ਵਿੱਚ ਬੇਭਰੋਸਗੀ ਤਾਂ ਹੀ ਆਈ ਹੈ ਕਿ ਜਦੋਂ ਤੁਸੀਂ ਵੱਡੀਆਂ ਰੈਲੀਆਂ ਕਰਦੇ ਹੋ, ਜਦੋਂ ਤੁਸੀਂ ਸਾਰੇ ਆਪਣੇ ਸਰਕਾਰੀ ਪ੍ਰੋਗਰਾਮ ਕਰਦੇ ਹੋ ਡਿਊ ਟੂ ਕਰੋਨਾ ਕਾਲ ਦੇ ਵਿੱਚ, ਤਾਂ ਤੁਸੀਂ ਕਹਿੰਦੇ ਹੋ ਕਿ ਕਰੋਨਾ ਨਹੀਂ ਹੈ ਤੇ ਬਾਅਦ ਦੇ ਵਿੱਚ ਕਰੋਨਾ, ਇਸ ਕਰਕੇ ਬੇਭਰੋਸਗੀ ਵੱਧਦੀ ਹੈ। ਪਰ ਮੌਜੂਦਾ ਹਾਲਾਤ ਪੰਜਾਬ ਦੇ ਤੁਹਾਨੂੰ ਕੀ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਸਾਰੇ ਪੈਨਲਿਸਟ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ, ਤੇ ਦਰਸ਼ਕਾਂ ਨੂੰ ਵੀ ਜੀ। ਤੇ ਹਰਪ੍ਰੀਤ ਜੀ, ਜਿਹੜੀ ਜੋ ਅੱਜ ਦੀ ਸਿਚੁਏਸ਼ਨ ਹੈ ਬੜੀ ਭਿਆਨਕ ਜਿਹੜੀ ਸਾਹਮਣੇ ਆਈ ਹੈ, ਤੇ ਉਹਦੇ ਪਿੱਛੇ ਜਿਹੜਾ ਲੋਕਾਂ ਦੇ ਵਿੱਚ ਇਹਨੂੰ ਸੀਰੀਅਸਲੀ ਨਾ ਲੈਣਾ, ਉਹਦੇ ਪਿੱਛੇ ਮੈਂ ਤਾਂ ਸਮਝਦਾ ਕਿ ਉਹਦੇ ਪਿੱਛੇ ਵੀ ਪੋਲੀਟੀਕਲ ਜਿਹੜੀ ਲੀਡਰਸ ਹੈ ਸਾਡਾ, ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਹੀ ਮੈਂ ਕਸੂਰ ਕੱਢਾਂਗਾ, ਕਿਉਂਕਿ ਉਹ ਪੋਲੀਟੀਕਲ ਜਿਹੜੇ ਵੱਡੇ ਲੀਡਰ ਹੁੰਦੇ ਆ ਇਹ ਲੋਕਾਂ ਦੇ ਰੋਲ ਮਾਡਲ ਹੁੰਦੇ ਆ। ਬਿਲਕੁਲ ਠੀਕ ਹੈ। ਜੇ ਉਹ ਆਪ ਹੀ ਵੱਡੀਆਂ ਰੈਲੀਆਂ ਕਰਨਗੇ, ਬਹੁਤ ਵੱਡੀਆਂ ਪਬਲਿਕ ਗੈਦਰਿੰਗ ਕੁੰਭ ਵਰਗੀਆਂ ਨੂੰ ਅਲਾਉ ਕਰਨਗੇ, ਤਾਂ ਲੋਕਾਂ ਨੂੰ ਲੱਗਦਾ ਕਿ ਇਹ ਕੋਈ ਮਤਲਬ ਸੀਰੀਅਸ ਥ੍ਰੈਟ ਨਹੀਂ ਹੈ।
ਸੋ ਇਹਨੂੰ ਸੀਰੀਅਸਲੀ ਉਹ ਤਾਂ ਹੀ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਆਪਣੇ ਆਲੇ ਦੁਆਲੇ 'ਚ ਕਿ ਇਹ ਕੋਈ ਇੰਨੀ ਗੱਲ ਨਹੀਂ, ਤਾਂ ਹੀ ਸਾਨੂੰ ਜਿਹੜੀ ਸਾਡੀ ਸਰਕਾਰ ਹੈ ਇਸ ਤਰ੍ਹਾਂ ਇਹ ਡਿਸੀਜਨ ਲੈ ਰਹੀ ਹੈ ਪੋਲੀਟੀਕਲ ਆਪਣੇ ਇਲੈਕਸ਼ਨ ਨੂੰ ਕਰਾਉਣਾ ਜਾਂ ਵੱਡੀਆਂ ਗੈਦਰਿੰਗ ਨੂੰ ਅਲਾਉ ਕਰਨਾ। ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ, ਕਿਤੇ ਨਾ ਕਿਤੇ ਡਾਕਟਰ ਸਾਹਿਬ ਇੱਕ ਹੋਰ ਗੱਲ, ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ, ਤੁਸੀਂ ਜਿੱਥੇ ਬੈਠੇ ਹੋ ਨਾਲ ਹੀ ਤੁਹਾਡੇ ਪਟਿਆਲਾ ਦਾ ਸਭ ਤੋਂ ਵੱਡਾ ਹਸਪੀਟਲ ਹੈ ਰਜਿੰਦਰਾ ਹਸਪੀਟਲ, ਜਿਹੜਾ ਕਈ ਜ਼ਿਲ੍ਹਿਆਂ ਦੇ ਪੇਸ਼ੈਂਟਸ ਨੂੰ ਕੇਡਰ ਕਰਦਾ ਹੈ, ਪਰ ਬੜੀ ਫਿਕਰ ਤੇ ਚਿੰਤਾ ਵਾਲੀ ਗੱਲ ਹੈ ਕਿ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੀ ਉੱਥੇ ਵੱਧ ਰਹੀ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇੱਕ ਸਮਾਂ ਐਸਾ ਸੀਗਾ ਹਰ ਘੰਟੇ ਬਾਅਦ ਇੱਕ ਮੌਤ ਉੱਥੇ ਹੁੰਦੀ ਸੀ, ਦਿਨ ਦੇ ਵਿੱਚ 24-25 ਮੌਤਾਂ, ਹੁਣ ਤਾਂ 35, 36, 38 ਤੱਕ ਮੌਤਾਂ ਹੋਣ ਲੱਗੀਆਂ। ਸਰਕਾਰ ਉਹਦੇ ਲਈ ਜ਼ਿੰਮੇਵਾਰ ਵੀ ਲੋਕਾਂ ਨੂੰ ਠਹਿਰਾਉਂਦੀ ਹੈ ਕਿ ਲੋਕ ਬੜੇ ਲੇਟ ਆਉਂਦੇ ਜੀ ਹਸਪਤਾਲ, ਤਾਂ ਕਰਕੇ ਇਹ ਡੈਥ ਰੇਸ਼ੋ ਇਹ ਵੱਧ ਰਹੀ ਹੈ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਡਾਕਟਰ ਸਾਹਿਬ, ਇਹ ਡੈਥ ਰੇਸ਼ੋ ਦਾ ਵਧਣਾ ਇੱਕ ਵੱਡਾ ਕੋਈ ਕਾਰਨ ਨਜ਼ਰ ਆ ਰਿਹਾ? ਪੂਰੇ ਪੰਜਾਬ ਦੇ ਵਿੱਚ ਜਿੰਨੇ ਹੋਰ ਸਰਕਾਰੀ ਹਸਪਤਾਲ ਨੇ ਉੱਥੇ ਡੈਥ ਰੇਸ਼ੋ ਇੰਨੀ ਨਹੀਂ ਹੈ ਜਿੰਨੀ ਪਟਿਆਲਾ ਦੇ ਵਿੱਚ। ਪਹਿਲੀ ਗੱਲ ਹਰਪ੍ਰੀਤ ਜੀ ਕਿ ਇਹਦੇ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੇਸ਼ੈਂਟ ਜਿਹੜੇ ਹੈ ਉਹ ਲੇਟ ਰਿਪੋਰਟ ਕਰ ਰਹੇ ਹੈ। ਪਹਿਲਾਂ ਉਹ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਉਹਨਾਂ ਦਾ ਜਿਹੜਾ ਬੁਖਾਰ ਹੈ ਉਹ ਕਰੋਨਾ ਹੋ ਸਕਦਾ ਹੈ। ਪਹਿਲੇ 2-3 ਦਿਨ ਉਹ ਆਪਣੇ ਪਿੰਡ ਦੇ ਡਾਕਟਰਾਂ ਤੋਂ, ਫਿਰ ਕੈਮਿਸਟਾਂ ਤੋਂ, ਫਿਰ ਜਨਰਲ ਫਿਜ਼ੀਸ਼ੀਅਨਸ ਤੋਂ ਦਵਾਈ ਲੈ ਕੇ ਮਤਲਬ ਇਸ ਚੀਜ਼ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਕਿ ਇਹ ਆਮ ਬੁਖਾਰ ਹੈ ਜਾਂ ਟਾਈਫਾਇਡ ਹੈ। ਸੋ ਇਸ ਕਰਕੇ ਜਦੋਂ ਦੀ ਉਹਨਾਂ ਦੇ ਸਿੰਪਟਮ 7ਵੇਂ 8ਵੇਂ ਦਿਨ ਜਾ ਕੇ ਵੱਧਦੇ ਹੈ, ਜਦੋਂ ਉਹਨਾਂ ਨੂੰ ਰੈਸਪੀਰੇਟਰੀ ਡਿਸਟ੍ਰੈਸ ਹੁੰਦਾ ਹੈ ਜਾਂ ਸਾਹ ਲੈਣ ਦਿੱਕਤ ਆਉਂਦੀ ਹੈ ਜਾਂ ਆਕਸੀਜਨ ਸੈਚੂਰੇਸ਼ਨ ਉਹਨਾਂ ਦੀ ਫਾਲ ਕਰਦੀ ਹੈ, ਫਿਰ ਉਹ ਭੱਜਦੇ ਆ ਹਸਪੀਟਲਾਂ। ਸੋ ਜਦੋਂ ਇੱਕ ਪੇਸ਼ੈਂਟ ਲੇਟ ਹਸਪੀਟਲ 'ਚ ਰਿਸੀਵ ਹੁੰਦਾ ਹੈ ਤਾਂ ਉਹਦਾ ਜਿਹੜਾ ਪ੍ਰੋਗਨੋਸਿਸ ਆਪਣੇ ਆਪ ਨੈਗੇਟਿਵ ਹੋ ਜਾਂਦਾ ਹੈ। ਮਤਲਬ ਇੱਕ ਲੇਟ ਪ੍ਰੈਜੈਂਟੇਸ਼ਨ ਹੈ, ਸੀਰੀਅਸ ਪ੍ਰੈਜੈਂਟੇਸ਼ਨ 'ਚ ਜਦੋਂ ਪੇਸ਼ੈਂਟ ਲੈਂਡ ਕਰਦਾ ਹਸਪੀਟਲ 'ਚ, ਡਾਕਟਰਾਂ ਨੂੰ ਉਹਨਾਂ ਨੂੰ ਉਸ ਸਿਚੁਏਸ਼ਨ 'ਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ। ਹਸਪੀਟਲ ਰਜਿੰਦਰਾ ਹਸਪੀਟਲ ਇੱਕ ਬਹੁਤ ਵੱਡਾ ਹਸਪੀਟਲ ਹੈ ਜਿੱਥੇ ਜਿਹੜਾ ਹੈਗਾ ਇਹ ਨਾ ਕੇਵਲ ਪੰਜਾਬ ਤੇ ਬਲਕਿ ਨਾਲ ਲੱਗਦਾ ਹਰਿਆਣਾ, ਰਾਜਸਥਾਨ, ਬਹੁਤ ਵੱਡੇ ਇਲਾਕੇ ਤੋਂ, ਪੁਰਾਣੇ ਸਮੇਂ ਤੋਂ ਇਹ ਬੜਾ ਵੱਡਾ ਹਸਪੀਟਲ ਹੈ। ਉੱਥੇ ਪੇਸ਼ੈਂਟ ਆਉਂਦੇ ਹੈ ਤੇ ਜਿੱਥੇ ਬਹੁਤ ਜ਼ਿਆਦਾ ਬੈਡਸ ਹੈ, ਮਤਲਬ ਐਜ਼ ਕੰਪੇਅਰ ਟੂ ਅਦਰ ਬਿਗ ਲੈਵਲ 3 ਹਸਪੀਟਲਸ, ਰਜਿੰਦਰਾ ਹਸਪੀਟਲ 'ਚ ਨੰਬਰ ਆਫ ਪੇਸ਼ੈਂਟ ਦੀ ਸਟਰੈਂਥ ਇੰਨੀ ਜ਼ਿਆਦਾ ਹੈ ਕਿ ਜਿੰਨੀ ਜ਼ਿਆਦਾ ਪੇਸ਼ੈਂਟ ਆਉਣਗੇ, ਜਿੰਨੇ ਲੇਟ ਆਉਣਗੇ, ਜਿੰਨੇ ਜ਼ਿਆਦਾ ਪੇਸ਼ੈਂਟ ਆਈਸੀਯੂ 'ਚ ਦਾਖਲ ਹੋਣਗੇ, ਉਨਾ ਹੀ ਡੈਥ ਰੇਟ ਜ਼ਿਆਦਾ ਹੋਏਗਾ। ਮੇਰਾ ਖਿਆਲ ਹੈ ਕਿ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਹੋਰ ਲਵਾਂ, ਫਿਰ ਮੈਂ ਅੱਗੇ ਵਧਾਂ। ਅੱਜ ਬੜੇ ਸਾਰੇ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਹੁਣ ਕਰੀਏ ਕੀ ਅੱਜ ਹੋਣ ਵਾਲਾ ਹਰ ਬੁਖਾਰ, ਜ਼ੁਕਾਮ, ਗਲਾ ਖਰਾਬ ਕਰੋਨਾ ਜਾਂ ਨਹੀਂ ਹੈ? ਜੇ ਹੈ ਤਾਂ ਉਹ ਪਤਾ ਕਿਵੇਂ ਲੱਗੇਗਾ? ਕਿਸੇ ਨੂੰ ਜਿਵੇਂ ਤੁਸੀਂ ਕਿਹਾ ਕਿ ਇਹ ਵਾਇਰਲ ਹੈ, ਕਿਸੇ ਨੂੰ ਕੋਈ ਸਮਝਦਾ ਪਰ ਉਹ ਹੁੰਦਾ ਕਰੋਨਾ, ਇਹ ਪਤਾ ਕਿਵੇਂ ਲੱਗੇਗਾ ਕਿ ਮੈਨੂੰ ਕਰੋਨਾ ਹੈ ਜਾਂ ਮੈਨੂੰ ਵੈਸੇ ਜਸਟ ਵਾਇਰਲ ਬੁਖਾਰ ਹੋਇਆ? ਅੱਜ ਦੀ ਡੇਟ ਹਰਪ੍ਰੀਤ ਜੀ, ਜੇ ਕਿਸੇ ਨੂੰ ਬੁਖਾਰ ਹੋ ਰਿਹਾ ਹੈ, ਚਾਹੇ ਉਹਦੇ ਨਾਲ ਗਲਾ ਉਹਦਾ ਖਰਾਬ ਹੈ, ਨਹੀਂ ਹੈ, ਖਾਂਸੀ ਹੈ, ਨਹੀਂ ਹੈ, ਅੱਜ ਦੀ ਡੇਟ 'ਚ ਇੱਕ ਵੀ ਕਿਸੇ ਪੇਸ਼ੈਂਟ ਨੂੰ ਬੁਖਾਰ ਹੁੰਦਾ ਹੈ ਇਹਨੂੰ ਕਰੋਨਾ ਮੰਨ ਕੇ ਹੀ ਚੱਲਣਾ ਚਾਹੀਦਾ। ਟੁਡੇ ਐਵਰੀ ਫੀਵਰ ਇਜ਼ ਕੋਵਿਡ unless prove otherwise। ਚਲੋ ਜਿਹੜੀ ਟੈਸਟਿੰਗ ਹੈ ਡਾਕਟਰ ਸਾਹਿਬ ਮੈਂ ਇੱਕ ਮਿੰਟ ਵਿਸ਼ਵਾਸ ਨਹੀਂ ਕਰ ਸਕਦੇ। ਮੈਂ ਇੱਕ ਮਿੰਟ ਵਾਪਸ ਆਣਾ। ਡਾਕਟਰ ਇੰਦਰਜੀਤ ਸਿੰਘ ਰਾਣਾ ਵੀ ਸਾਡੇ ਨਾਲ ਜੁੜੇ ਹੋਏ ਨੇ, ਸਟੇਟ ਪ੍ਰੈਜ਼ੀਡੈਂਟ ਨੇ ਨੈਸ਼ਨਲ ਹੈਲਥ ਮਿਸ਼ਨ ਦੇ। ਰਾਣਾ ਸਾਹਿਬ, ਜੰਗ ਲੱਗੀ ਪਈ ਹੈ ਤੇ ਫੌਜੀ ਕਹਿੰਦਾ ਮੈਂ ਹਥਿਆਰ ਸੁੱਟ ਕੇ ਹੜਤਾਲ ਤੇ ਚੱਲਿਆ, ਉਹ ਹਾਲ ਹੈ ਤੁਹਾਡਾ। ਇੱਥੇ ਪੰਜਾਬ ਦੇ ਵਿੱਚ ਮਹਾਮਾਰੀ ਫੈਲੀ ਹੋਈ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਮੁਲਾਜ਼ਮਾਂ ਸਣੇ ਚੱਲੇ ਹਾਂ ਕੱਲ ਹੜਤਾਲ ਤੇ, ਇਹ ਤਾਂ ਚੰਗੀ ਥ੍ਰੈਟ ਹੈ ਸਰਕਾਰ ਨੂੰ। ਸਭ ਤੋਂ ਪਹਿਲਾਂ ਤੇ ਸਾਰੇ ਪੈਨਲ 'ਚ ਬੈਠੇ ਹੋਏ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਲ ਬਹੁਤ ਵਧੀਆ ਤੇ ਅਸੀਂ ਚਾਹੁੰਦੇ ਸੀ ਇਹੋ ਜਿਹਾ ਸਵਾਲ ਸਾਨੂੰ ਪੁੱਛਿਆ ਜਾਵੇ। ਪਹਿਲੀ ਗੱਲ ਤੇ ਫੌਜਾਂ ਠੇਕੇ ਤੇ ਰੱਖੀਆਂ ਹੋਈਆਂ ਤੇ ਜਿਹੜੇ ਮੁਲਕ ਨੂੰ ਚਲਾਉਣ ਵਾਲੇ ਅੰਦਰਾਂ 'ਚ ਬੈਠੇ ਪਏ ਆ। ਠੇਕੇ ਦੀਆਂ ਫੌਜਾਂ ਦੀ ਠੀਕ ਹੈ, ਫੌਜਾਂ ਜਦੋਂ ਲੜਦੀਆਂ ਨਾ ਫਿਰ ਉਹ ਇਹ ਨਹੀਂ ਦੇਖਦੀਆਂ ਵੀ ਆਪਾਂ ਠੇਕੇ ਤੇ ਜਾਂ ਕਿਸ ਤਰ੍ਹਾਂ ਹੈਗੇ। ਫੌਜਾਂ ਲੜ ਰਹੀਆਂ ਔਰ ਹੈਲਥ ਡਿਪਾਰਟਮੈਂਟ ਦੇ ਵਿੱਚ 85% ਜਿਹੜਾ ਕੰਮ ਹੈਗਾ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਸਿਰ ਦੇ ਉੱਪਰ ਹੈ। 9000 ਟੋਟਲ ਮੁਲਾਜ਼ਮ ਆ, ਜਿਹਦੇ ਤੋਂ 51 ਕੈਡਰ ਹੈ। ਉਹ ਕੈਡਰ ਸਾਰੇ ਦੇ ਸਾਰੇ ਦਿਨ ਰਾਤ ਬਿਨਾਂ ਆਪਣੇ ਪਰਿਵਾਰ ਨੂੰ ਟਾਈਮ ਦਿੱਤੇ ਪੂਰਾ ਦਾ ਪੂਰਾ ਆਮ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਲੱਗੇ ਪਏ ਹੈ। ਮੋਟੀ ਗੱਲ ਕਹਿ ਦਈਏ ਕਿ ਜੇ ਕਰੋਨਾ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਕੋਈ ਜੇ ਦੀਵਾਰ ਵਾਂਗੂ ਸਖਤੀ ਨਾਲ ਖੜਾ ਤਾਂ ਨੈਸ਼ਨਲ ਹੈਲਥ ਮਿਸ਼ਨ ਦੇ ਇੰਪਲਾਈਜ਼ ਹੈਗੇ ਹੈ। ਹਾਂ, ਇਹ ਟਾਈਮ ਆ ਗਿਆ। ਅਸੀਂ 27 ਤਰੀਕ ਨੂੰ ਇੱਕ ਸੰਕੇਤਿਕ ਹੜਤਾਲ ਕੀਤੀ ਸੀ ਤੇ ਅਸੀਂ ਸੀਐਮ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਇੱਕ ਟਾਈਮ ਦਿੱਤਾ ਜਾਵੇ। ਤੁਸੀਂ 4 ਸਾਲ ਹੋ ਗਿਆ
ਤੁਹਾਡੀ ਮੈਨੀਫੈਸਟੋ ਦੇ ਵਿੱਚ ਪੁਆਇੰਟ ਸੀ ਵੀ ਆਂਦੇ ਅਸੀਂ ਕੱਚੇ ਕੰਮੇ ਪੱਕੇ ਕਰਾਂਗੇ ਜੀ। ਠੀਕ ਆ, ਅੱਜ ਹਾਲਾਤ ਰਾਜ ਦੇ ਖਿਲਾਫ ਆ, ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਤੇ ਅਸੀਂ ਆਮ ਲੋਕਾਂ ਦੇ ਨਾਲ ਵੀ ਆ। ਹੋ ਸਕਦਾ ਅਸੀਂ ਬੜਾ ਲੰਬਾ ਟਾਈਮ ਕੱਢ ਦਿੱਤਾ ਵੀ ਅਸੀਂ ਸਟ੍ਰਾਈਕ ਨਾ ਕਰੀਏ, ਕਿਉਂਕਿ ਆਮ ਤੇ ਸਾਨੂੰ ਮੀਟਿੰਗ ਨਹੀਂ 2-2 ਮਹੀਨੇ ਮਿਲਦੀ। ਸਾਡੀ ਕੋਈ ਗੱਲ ਸੁਣੀ ਜਾਂਦੀ ਆ, ਉਹਨਾਂ ਨੂੰ ਔਨ ਰਿਕਾਰਡ ਲਿਆਉਣ ਵਾਸਤੇ 3-3 4-4 ਮਹੀਨੇ ਲਗਾ ਦਿੱਤੇ ਜਾਂਦੇ ਆ ਤੇ ਐਂਡ ਤੇ ਉਹਨਾਂ ਕੀਤਾ ਜਾਂਦਾ ਵੀ ਇਹ ਅਜੇ ਸੈਂਟਰ ਗਵਰਨਮੈਂਟ ਤੁਹਾਡਾ ਦੇਖ ਰਹੀ ਹੈ ਸਾਰਾ ਕੁਝ। ਅਸੀਂ ਰਾਜ ਦੇ ਸਾਨੂੰ ਇੰਪਲਾਈ ਰੱਖਿਆ, ਰਾਜ ਸਾਡੇ ਕੋਲ ਕੰਮ ਲੈਂਦਾ, ਰਾਜ ਹੀ ਸਾਨੂੰ ਉਹਦੇ ਚੋਂ ਕੱਢ ਸਕਦਾ। ਤੇ ਜਦੋਂ ਵੀ ਕਦੀ ਇਹਨਾਂ ਕੋਲ ਅਸੀਂ ਡਿਮਾਂਡ ਕਰਨ ਦੀ ਕਿਸੇ ਗੱਲ ਤੇ ਆਨੇ ਆ ਤੇ ਇਹ ਸਾਰਾ ਦਾ ਸਾਰਾ ਸੈਂਟਰ ਦੇ ਉੱਪਰ ਪਾਲਾ ਪਾ ਦਿੰਦੇ ਆ। ਮੋਟੀ ਜੀ ਗੱਲ ਰਾਣਾ ਸਾਹਿਬ ਹੁਣ ਮਤਲਬ ਤੁਸੀਂ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ। ਤੁਸੀਂ ਤੁਹਾਨੂੰ ਪਤਾ ਹੈ ਸਰਕਾਰ ਫਸੀ ਹੋਈ ਹੈ, ਲੋਕ ਫਸੇ ਹੋਏ ਨੇ, ਤੁਸੀਂ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਕਿ ਸਰਕਾਰ ਮੰਨੇਗੀ ਹੀ ਮੰਨੇਗੀ, ਉਹਦੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈ। 9000 ਮੁਲਾਜ਼ਮ ਹੜਤਾਲ ਤੇ ਚਲਾ ਜੇ ਪੰਜਾਬ 'ਚ ਹਾਹਾਕਾਰ ਮਚ ਜਾਏਗੀ ਜਨਾਬ, ਤੁਹਾਨੂੰ ਵੀ ਪਤਾ ਹੈ ਤੇ ਸਰਕਾਰ ਨੂੰ ਵੀ ਪਤਾ ਹੈ। ਇਸੇ ਗੱਲ ਦਾ ਫਾਇਦਾ ਚੁੱਕ ਰਹੇ ਹੋ ਤੁਸੀਂ? ਨਹੀਂ ਸਰ, ਬਿਲਕੁਲ ਨਹੀਂ ਹਰਪ੍ਰੀਤ ਜੀ। ਅਸੀਂ ਸਰਕਾਰ ਨੂੰ ਲਿਖ ਕੇ 2 ਵਾਰੀ ਦਿੱਤਾ ਵੀ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ, ਅਸੀਂ ਸਟ੍ਰਾਈਕ ਤੇ ਨਹੀਂ ਜਾਣਾ ਚਾਹੁੰਦੇ। ਅਸੀਂ ਆਪਣੇ ਸੀਐਮ ਸਾਹਿਬ ਨੂੰ ਲੈਟਰ ਲਿਖਿਆ ਫਰਾਈਡੇ ਨੂੰ, ਗਵਰਨਰ ਸਾਹਿਬ ਨੂੰ ਵੀ ਲਿਖਿਆ, ਸਾਰੇ ਮਤਲਬ ਮੁੱਖ ਸਕੱਤਰ ਸਾਰਿਆਂ ਨੂੰ ਦੀਆਂ ਕਾਪੀਜ਼ ਭੇਜੀਆਂ ਵੀ ਸਾਡੇ ਨਾਲ ਬੈਠ ਕੇ ਗੱਲ ਕਰੋ, ਅਸੀਂ ਨਹੀਂ ਜਾਣਾ ਚਾਹੁੰਦੇ ਸਟ੍ਰਾਈਕ, ਅਸੀਂ ਆਮ ਲੋਕਾਂ ਦੇ ਨਾਲ ਹੈਗੇ, ਸਾਡੇ ਸਰਕਾਰ ਦੇ ਪ੍ਰਤੀ ਬੜਾ ਰੋਸ਼ ਹੈਗਾ। ਪਰ ਸਰਕਾਰ ਗੱਲ ਕਰਨ ਦੀ ਪੋਜੀਸ਼ਨ 'ਚ ਵੀ ਨਹੀਂ ਹੈਗੀ। ਉਹ 9000 ਮੁਲਾਜ਼ਮਾਂ ਨੂੰ ਸਟ੍ਰਾਈਕ ਤੇ ਭੇਜਣ ਲਈ ਤਿਆਰ ਹੈਗੀ ਆ, ਪਰ ਉਹ ਬੈਠ ਕੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ। ਅਸੀਂ ਨਹੀਂ ਚਾਹੁੰਦੇ ਸਾਡੀਆਂ ਮੰਗਾਂ ਨੂੰ, ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਨਾਨ ਫਾਈਨੈਂਸ਼ੀਅਲੀ, ਮੈਂ ਖੁੱਲਰ ਸਾਹਿਬ ਤੋਂ ਜਵਾਬ ਲੈਣਾ। ਰਾਣਾ ਸਾਹਿਬ ਇੱਕ ਛੋਟਾ ਜਿਹਾ ਜਵਾਬ ਤੁਸੀਂ ਵੀ ਦੇ ਦਿਓ। ਚਲੋ ਤੁਸੀਂ ਸਟ੍ਰਾਈਕ ਤੇ ਚਲੇ ਜਾਂਦੇ ਹੋ, ਕਿਹਦੀ ਸਿਹਤ ਤੇ ਅਸਰ ਪੈਣਾ? ਕਿ ਸਰਕਾਰ ਦਾ ਨੁਕਸਾਨ ਹੋਣਾ? ਨੁਕਸਾਨ ਤਾਂ ਆਮ ਲੋਕਾਂ ਦਾ ਹੋਣਾ ਨਾ, ਜਾਨ ਮਾਲ ਦਾ ਨੁਕਸਾਨ ਕਿਹਦਾ ਹੋਣਾ? ਆਮ ਲੋਕਾਂ ਦਾ ਹੋਣਾ। ਸਰਕਾਰ ਦੀ ਸਿਹਤ ਤੇ ਕੀ ਫਰਕ ਪੈਣਾ? ਸਰਕਾਰ ਨੂੰ ਪਹਿਲਾਂ 4.5 ਸਾਲ ਫਰਕ ਨਹੀਂ ਪਿਆ ਤੇ ਹੁਣ ਹੜਤਾਲ ਤੇ ਚਲੋ ਜੋ ਫਿਰ ਨਹੀਂ ਪੈਣਾ। ਨਹੀਂ, ਅਸੀਂ ਇਸ ਚੀਜ਼ ਨੂੰ ਸਾਰੇ ਜਣੇ ਇਸ ਗੰਭੀਰਤਾ ਨਾਲ ਲੈ ਰਹੇ ਹਾਂ ਕਿ ਇੰਨੀ ਮਤਲਬ ਮੈਂ ਸ਼ਬਦ ਨਹੀਂ ਯੂਜ਼ ਕਰਨਾ ਵੀ ਬੇਸ਼ਰਮੀ ਦੀ ਗੱਲ ਹੈਗੀ ਹੈ ਕਿ ਇੰਨੇ ਲੋਕ ਸਟ੍ਰਾਈਕ ਤੇ ਜਾ ਰਹੇ ਆ ਔਰ ਸਰਕਾਰ ਇਹਦੇ ਲਈ ਸੀਐਮ ਸਾਹਿਬ ਇੱਕ ਵਾਰੀ ਵੀ ਸਾਡੇ ਲਈ ਸ਼ਬਦ ਯੂਜ਼ ਕਰ ਰਹੇ ਨੌਨਸੈਂਸ, ਹੈ ਨਾ। ਮਤਲਬ ਇਹ ਕਰੋਨਾ ਯੋਧੇ ਜਿਨ੍ਹਾਂ ਨੂੰ ਇੱਕ ਵਾਰੀ ਟਾਈਮ ਦਿੱਤਾ ਜਾਂਦਾ, ਜਦੋਂ ਅਸੀਂ ਕਹਿ ਰਹੇ ਹਾਂ ਵੀ ਸਾਡੀ ਗੱਲ ਸੁਣੋ, 10 ਮਿੰਟ ਦਾ ਸਾਨੂੰ ਟਾਈਮ ਦੇ ਦਿਓ, ਅਸੀਂ ਬੈਠ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। 550 ਤੋਂ ਜ਼ਿਆਦਾ ਲੋਕ ਪੋਜ਼ਿਟਿਵ ਹੋ ਗਏ ਜਿਨ੍ਹਾਂ ਨੇ ਆਪਣੀ ਜੇਬ ਤੋਂ ਟ੍ਰੀਟਮੈਂਟ ਕੀਤਾ, ਉਹਨਾਂ ਨੂੰ ਸਰਕਾਰੀ ਫੈਸਿਲਿਟੀਆਂ ਨਹੀਂ ਮਿਲੀਆਂ। ਜੇ 2 ਬੰਦਿਆਂ ਦੀ ਡੈਥ ਹੋ ਗਈ, ਇੱਕ ਦਾ ਪੂਰਾ ਪਰਿਵਾਰ ਲੜਕੀ ਦਾ ਉੱਜੜ ਗਿਆ ਹੈਗਾ ਉਹ ਇਹਦੇ ਕਰੋਨਾ ਪੋਜ਼ਿਟਿਵ ਕਰਕੇ, ਉਹ 11,500 ਰੁਪਇਆ ਸੈਲਰੀ ਲੈ। ਖੁੱਲਰ ਸਾਹਿਬ ਆ ਨੇ ਤਿਆਰੀਆਂ ਤੁਹਾਡੀਆਂ। ਖੁੱਲਰ ਸਾਹਿਬ ਇੱਕ ਮਿੰਟ ਹੁਣ ਸੁਣ ਤਾਂ ਲਈਏ। ਖੁੱਲਰ ਸਾਹਿਬ ਆ ਹੈ ਤਿਆਰੀ ਤੁਹਾਡੀ, ਆ 1000 ਕਰੋੜ ਰੁਪਏ ਚੋਂ ਸੁਣ ਤਾਂ ਲਓ, 1000 ਕਰੋੜ ਚੋਂ 1% ਹੀ ਖਰਚ ਦਿੰਦੇ ਤਾਂ ਇਹ ਹੜਤਾਲ ਤੇ ਨਾ ਜਾਂਦੇ। ਸਾਡੇ ਕਈ ਬੱਚੇ ਲੋਨ ਲੈ ਕੇ ਆਪਣਾ ਟ੍ਰੀਟਮੈਂਟ ਕੀਤਾ ਜੀ, ਲੋਨ ਲੈ ਕੇ ਟ੍ਰੀਟਮੈਂਟ ਕਰ ਰਹੇ ਆ, ਮਤਲਬ ਉਹਨਾਂ ਨੂੰ ਪੈਸੇ ਮਿਲ ਰਹੇ। ਰਾਣਾ ਸਾਹਿਬ ਖੁੱਲਰ ਸਾਹਿਬ ਤੋਂ ਜਵਾਬ ਤਾਂ ਲੈ ਲਈਏ। ਰੱਖੇ ਗਏ ਇਹਨਾਂ ਨੂੰ ਜਿਹੜਾ ਹੈਗਾ ਵਾ, ਦੇਖੋ ਜਿਹੜੇ ਸਾਡੇ ਪ੍ਰਿੰਸੀਪਲ ਸੈਕਟਰੀ ਨੇ ਹੁਸਨ ਲਾਲ ਜੀ, ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ। ਉਹ ਚੀਫ ਸੈਕਟਰੀ ਇਹਨਾਂ ਨੂੰ ਟੇਕਅਪ ਕਰ ਰਿਹਾ ਮੈਟਰ ਨੂੰ, ਇਹਨਾਂ ਦਾ ਲਿਖ ਕੇ ਵੀ ਭੇਜਿਆ ਗਿਆ ਵਾ ਕਿ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ। ਹੁਣ ਇਸ ਟਾਈਮ ਦੇ ਵਿੱਚ ਰਾਣਾ ਜੀ ਨੂੰ ਮੈਂ ਤੇ ਇਹੋ ਹੀ ਅਪੀਲ ਕਰਨਾ ਚਾਹੂੰਗਾ, ਇਸ ਵੇਲੇ ਆਪਾਂ ਇੱਕ ਬਹੁਤ ਵੱਡੀ ਮਹਾਮਾਰੀ ਤੋਂ ਲੜ ਰਹੇ ਹਾਂ। ਇਸ ਵੇਲੇ ਇਹ ਹੱਥਕੰਡੇ ਅਪਣਾਉਣਾ ਠੀਕ ਨਹੀਂ ਕਿ ਆਪਾਂ ਸਰਕਾਰ ਨੂੰ ਇਸ ਮੌਕੇ ਦੇ ਉੱਤੇ ਆ ਕੇ ਆਪਾਂ ਧਮਕੀਆਂ ਦਈਏ ਕਿ ਜੀ ਅਸੀਂ ਸਟ੍ਰਾਈਕ ਤੇ ਚਲੇ ਜਾਣਾ। ਇੱਕ ਸਾਡੀ ਸਮਾਜਿਕ, ਮੇਰੇ ਹਿਸਾਬ ਨਾਲ ਪੰਜਾਬੀਆਂ ਦੇ ਖੂਨ 'ਚ ਤੇ ਇਹੋ ਜਿਹੀ ਗੱਲ ਨਹੀਂ ਹੈਗੀ। ਅਸੀਂ ਤੇ ਬਾਹਰ ਕਿਤੇ ਵਿਪਤਾ ਪਵੇ ਉੱਥੇ ਜਾ ਕੇ ਮਦਦ ਕਰਨ ਨੂੰ ਤਿਆਰ ਹੁੰਨੇ ਆ, ਤੇ ਆਪਾਂ ਇਹ ਬੜੀ ਮਾੜੀ ਗੱਲ ਹੈ ਕਿ ਜੀ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜੀ ਅਸੀਂ ਸਟ੍ਰਾਈਕ ਤੇ ਚੱਲ ਜਾਣਾ। ਤੁਹਾਨੂੰ ਇਹ ਆਲਰੇਡੀ ਕਿਹਾ ਗਿਆ ਵਾ, ਪ੍ਰਿੰਸੀਪਲ ਸੈਕਟਰੀ ਜੀ ਨੇ ਵੀ ਕਿਹਾ ਕਿ ਤੁਹਾਡਾ ਜਿਹੜਾ ਹੁਸਨ ਲਾਲ ਨੇ ਕਿ ਇਹਨੂੰ ਟੇਕਅਪ ਕਰ ਰਹੇ ਆ। ਉਹਨਾਂ ਦਾ ਦੁੱਖ ਵੀ ਤਾਂ ਸੁਣ ਲਓ, ਉਹਨਾਂ ਦਾ ਦੁੱਖ ਵੀ ਸੁਣ ਲਓ। 4 ਸਾਲ ਹੋ ਗਏ ਤੁਹਾਨੂੰ ਕਹਿੰਦੇ ਨੂੰ, ਇੱਕ ਮੀਟਿੰਗ ਕਰਨ ਲਈ ਕਹਿੰਦੇ ਨੂੰ, ਤਾਂ ਤੁਸੀਂ ਉਦੋਂ ਸਮੱਸਿਆ ਹੱਲ ਕਰ ਲੈਂਦੇ। ਤੁਸੀਂ ਹੁਣ ਕਹਿ ਰਹੇ ਹੋ ਨਾ, ਇਹਦਾ ਮਤਲਬ ਤਾਂ ਤੁਸੀਂ ਵੀ ਫਸੇ ਚ ਕਿਹਾ ਨਾ ਹੁਣ ਕਿ ਇਹਨਾਂ ਨੂੰ ਪੱਕੇ ਕਰ ਦੇਵਾਂਗੇ। ਖੁੱਲਰ ਸਾਹਿਬ, ਇਹ ਸਾਡੀਆਂ ਲੜਕੀਆਂ 85% ਤੋਂ ਜ਼ਿਆਦਾ ਲੜਕੀਆਂ ਹੈਗੀਆਂ, ਉਹ ਇੱਕ ਕਮੇਟੀ ਬਣੀ ਆ, ਇੱਕ ਮਹੀਨਾ ਘਰ ਨਹੀਂ ਗਈਆਂ, ਹਸਪਤਾਲ 'ਚ ਸੌਂਦੀਆਂ ਸੀ, ਬੈਠਦੀਆਂ ਸੀ, ਕੱਪੜੇ ਚੇਂਜ ਕਰ ਰਹੀਆਂ ਸੀ। ਰਾਣਾ ਸਾਹਿਬ ਇੱਕ ਮਿੰਟ ਰੁਕੋ ਨਾ, ਖੁੱਲਰ ਸਾਹਿਬ ਨੂੰ ਪਹਿਲਾਂ ਬੋਲਣ ਦਿਓ, ਸਪਸ਼ਟੀਕਰਨ ਤਾਂ ਲਈਏ। ਖੁੱਲਰ ਸਾਹਿਬ ਦੁਬਾਰਾ ਬੋਲਿਓ, ਕੀ ਕਿਹਾ ਤੁਸੀਂ? ਮੈਂ ਇਹ ਕਹਿ ਰਿਹਾ ਵਾਂ ਜੀ, ਇਹਨਾਂ ਦੇ ਕੰਟਰੈਕਚੁਅਲ EMPLOYE ਨੇ ਜਿਹੜੇ, ਇਹਨਾਂ ਦਾ ਪੀਰੀਅਡ ਵੀ ਹੁੰਦਾ ਜੀ 2 ਸਾਲ ਦਾ ਜਾਂ 3 ਸਾਲ ਦਾ, ਜਿਹੜਾ ਉਹਦੇ ਬਾਅਦ ਹੀ ਜਿਹੜਾ ਹੁੰਦਾ ਵਾ ਉਹਨੂੰ ਪੱਕਿਆਂ ਕਰਨ ਦਾ ਇੱਕ ਪ੍ਰੋਸੀਜਰ ਆ। ਉਹ ਸਰਕਾਰ ਆਪਣਾ ਟੇਕਅਪ ਕਰ ਰਹੀ ਹੈ ਕਿਉਂਕਿ ਇਹ ਨੈਸ਼ਨਲ ਹੈਲਥ ਮਿਸ਼ਨ ਸੈਂਟਰ ਦੇ ਅੰਡਰ ਆ, ਉਹਨੂੰ ਆਪਾਂ ਟੇਕਅਪ ਕਰ ਰਹੇ ਹਾਂ ਇਹਨਾਂ ਨੂੰ ਕਰਨ ਦਾ।
ਹੁਣ ਇਹ ਸੀਐਮ ਸਾਹਿਬ ਨੇ ਜਿਹੜੀ ਇਹਨਾਂ ਗੱਲ ਕੀਤੀ ਕਿ ਨੌਨਸੈਂਸ ਕਹਿਤਾ, ਦੇਖੋ ਇਸ ਵੇਲੇ ਸਾਰੇ ਹੀ ਅਸੀਂ ਲੋਕ ਪਰੇਸ਼ਾਨ ਆ, ਸਾਰੇ ਹੀ ਇਸ ਵੇਲੇ ਜੋ ਜਾਨਾਂ, ਕੀਮਤੀ ਜਾਨਾਂ ਜਾ ਰਹੀਆਂ ਨੇ, ਸਾਡਾ ਪਹਿਲਾ ਫਰਜ਼ ਇਹ ਹੈਗਾ ਕਿ ਅਸੀਂ ਉਹਨਾਂ ਨੂੰ ਜਾਨਾਂ ਨੂੰ ਬਚਾਈਏ। ਇਸ ਤਰ੍ਹਾਂ ਦੇ ਹੁਣ ਹਰਪ੍ਰੀਤ ਜੀ ਜਿਹੜੇ ਫਰੰਟ ਲਾਈਨ ਵਰਕਰਸ ਨੇ, ਕਈ ਡਾਕਟਰਸ ਦੀ ਡੈਥ ਹੋ ਗਈ ਆ, ਉਹਨਾਂ ਦੇ ਤੁਸੀਂ ਦੇਖਿਆ ਚਾਹੇ ਉਹ MBBS MD ਡਾਕਟਰ ਹੋਣ, ਉਹਨਾਂ ਦੀਆਂ ਵਿਚਾਰਿਆਂ ਦੀਆਂ ਜਾਨਾਂ ਚਲੇ ਗਈਆਂ। ਸੋ ਇਹ ਗੱਲ ਜਿਹੜੀ ਕਰਨੀ ਆ ਇਹ ਠੀਕ ਨਹੀਂ ਕਿ ਇਸ ਟਾਈਮ ਆਪਾਂ ਬਜਾਏ ਸਰਕਾਰ ਦਾ ਸਾਥ ਦੇਣ ਦੇ ਆਪਾਂ ਉਹਨੂੰ ਇਹ ਧਮਕੀ ਦਈਏ ਕਿ ਜੀ ਅਸੀਂ ਸਾਰੇ ਸਟ੍ਰਾਈਕ ਤੇ ਚੱਲ ਜਾਾਂਗੇ। ਸੋ ਇਹ ਗੱਲ ਠੀਕ ਨਹੀਂ ਹੈ। ਅਸੀਂ ਇਹਦਾ ਹੱਲ ਕੱਢ ਰਹੇ ਹਾਂ, ਸਰਕਾਰ ਇੱਥੇ ਸੰਜੀਦਾ ਵਾ, ਤੁਹਾਡਾ ਹੱਲ ਕਰਕੇ ਇਹਦਾ ਕੱਲ ਰਾਣਾ ਸਾਹਿਬ ਤੋਂ ਇੱਕ ਛੋਟਾ ਜਿਹਾ ਸਵਾਲ ਰਾਣਾ ਸਾਹਿਬ ਤੋਂ ਫਿਰ ਅੱਗੇ ਵਧ। ਰਾਣਾ ਸਾਹਿਬ, ਸੀਐਮ ਸਾਹਿਬ ਤਾਂ ਬੜੇ ਸਖਤੀ ਦੇ ਮੂਡ ਦੇ ਵਿੱਚ ਨੇ, ਉਹਨਾਂ ਨੇ ਇਹ ਵੀ ਕਿਹਾ ਕਿ ਨੌਕਰੀ ਤੋਂ ਬਾਹਰ ਹੋ ਜਾਓਗੇ ਜੇਕਰ ਹੜਤਾਲ ਦੇ ਵੱਲ ਤੁਸੀਂ ਗਏ ਤਾਂ ਇਹ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਸਮਝਣਾ ਪਏਗਾ ਕਿ ਜਿਹੜਾ ਸਾਡੀ ਸਟੇਟ ਹੈਗੀ ਹੈ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਹੈਗੀ ਹੈ, ਤਾਂ ਕੀ ਆਪਾਂ ਇਹਨਾਂ ਚੀਜ਼ਾਂ ਨੂੰ ਪੋਸਟਪੋਨ ਨਹੀਂ ਕਰ ਸਕਦੇ ਕੁਝ ਸਮੇਂ ਲਈ? ਨਹੀਂ, ਆਪਾਂ ਦੇਖੋ, ਆਪਾਂ ਕੋਈ ਯੋਧੇ, ਆਪਾਂ ਲੋਕਾਂ ਨੂੰ ਬਚਾਉਣ ਵਾਲੇ ਤੇ ਯੋਧੇ ਹੈਗੇ, ਅਸੀਂ ਬਾਰਡਰ ਤੇ ਲੜਨ ਵਾਲੇ ਨਹੀਂ। ਆਪਾਂ ਸੀਐਮ ਸਾਹਿਬ ਨਾਲ ਸਾਡੀ ਕੋਈ ਲੜਾਈ ਹੈ, ਅਸੀਂ ਸਰਕਾਰ ਦੇ ਖਿਲਾਫ ਕੋਈ ਤਖਤੀ ਪਲਟਣੀ ਹੈ, ਇਦਾਂ ਦੀ ਸਾਡੀ ਕੋਈ ਸੋਚ ਨਹੀਂ। ਸਾਡੀ ਸੋਚ ਹੈਗੀ ਹੈ ਕਿ ਸੀਐਮ ਸਾਹਿਬ ਕੋ ਇੰਨਾ ਕੁ ਟਾਈਮ ਨਹੀਂ ਹੈਗਾ ਕਿ ਜਿਹੜਾ 5ਵਾਂ ਹਿੱਸਾ ਅਸੀਂ ਤਨਖਾਹ ਦਾ ਲੈ ਰਹੇ। ਜੇ ਇੱਕ ਰੈਗੂਲਰ EMPLOYE ਲੱਖ ਰੁਪਏ ਤਨਖਾਹ ਲੈਂਦਾ ਤੇ ਉਸ ਮੁਲਾਜ਼ਮ ਨੂੰ 20,000 ਰੁਪਏ ਤਨਖਾਹ ਨਹੀਂ ਦਿੰਦੇ। ਔਰ ਹੈਲਥ ਡਿਪਾਰਟਮੈਂਟ ਦਾ 85% ਉਹ ਬੰਦਾ ਕੰਮ ਕਰ ਰਿਹਾ। ਅਸੀਂ ਆਪਣੇ ਪਰਿਵਾਰਾਂ ਨੂੰ ਕਈ ਵਾਰੀ ਮਹੀਨਾ ਡੇਢ ਮਹੀਨੇ ਉਹਨਾਂ ਨਾਲ ਸੁੱਤੇ ਨਹੀਂ, ਕੋਵਿਡ ਕਰਕੇ ਤੇ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਹੋ ਗਏ। ਹਸਪੀਟਲ 'ਚ ਅਸੀਂ ਕੱਪੜੇ ਚੇਂਜ ਕਰਦੇ ਆ, ਉੱਥੇ ਅਸੀਂ ਕਈ ਵਾਰੀ ਨਹਾ ਲੈਂਦੇ ਤੇ ਉੱਥੇ ਅਸੀਂ ਖਾਣਾ ਖਾਂਦੇ ਆ। ਸਾਡੇ ਮਤਲਬ ਇਹ ਹਾਲਾਤ ਹੈਗੇ ਆ। ਅਸੀਂ ਸਾਰੇ ਦੇ ਸਾਰੇ ਲੋਕ 12 ਸਾਲ ਤੋਂ ਉੱਪਰ ਸਮੇਂ ਤੋਂ ਇਸ ਸਰਕਾਰ ਤੇ, ਕੈਪਟਨ ਸਰਕਾਰ ਨੇ ਉਦੋਂ ਜੇ ਮਿਸ਼ਨ ਸਟਾਰਟ ਕੀਤਾ ਸੀਗਾ ਤੇ ਅਸੀਂ ਇਹਦੇ ਵਿੱਚ ਆਏ ਸੀਗੇ। 12-13 ਸਾਲ ਤੋਂ ਬਾਅਦ ਸਾਨੂੰ ਇੱਕ ਕਿਹਾ ਜਾਂਦਾ ਸੀ, 12-13 ਸਾਲ ਤੋਂ ਇੱਕ ਹੀ ਬੇਨਤੀ ਕਰ ਰਹੇ ਹਾਂ ਕਿ ਅਸੀਂ ਪ੍ਰੋਪਰ ਪ੍ਰੋਸੀਜਰ ਨਾਲ ਆਏ ਹਾਂ, ਜਿਸ ਤਰ੍ਹਾਂ ਕਿ ਰੈਗੂਲਰ EMPLOYE ਪ੍ਰੋਪਰ ਟੈਸਟ ਦੇ ਕੇ ਹਰ ਚੀਜ਼ ਦੇਖ ਕੇ ਆਂਦਾ ਉਹਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ। ਰਾਣਾ ਸਾਹਿਬ ਇੱਕ ਮਿੰਟ ਆਇਆ ਵਾਪਸ। ਠੀਕ ਹੈ ਤੁਹਾਡੀ ਗੱਲ ਆ ਗਈ। ਲੱਦੜ ਸਾਹਿਬ ਇੱਕ ਗੱਲ ਦਾ ਜਵਾਬ ਹੋਰ, ਇੱਕ ਤਾਂ ਸਮੱਸਿਆ ਤੁਸੀਂ ਇਹ ਵੀ ਦੇਖ ਲਈਏ ਕਿ ਇਦਾਂ ਦੇ ਮੌਕਿਆਂ ਤੇ ਇਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜਿਹਦਾ ਨਜਿੱਠਣਾ ਮੈਨੂੰ ਲੱਗਦਾ ਸਭ ਤੋਂ ਵੱਡੀ ਚੁਣੌਤੀ ਰਹੇਗੀ। ਔਰ ਦੂਜੀ ਇੱਕ ਬੜੀ ਮਾਮੂਲੀ ਜੀ ਗੱਲ ਲੱਗਦੀ ਸੀ ਕਿਸੇ ਵੇਲੇ ਕਿ ਆਕਸੀਜਨ ਨਹੀਂ ਹੈ ਜੀ ਸਾਡੇ ਕੋਲ, ਤਾਂ ਇਦਾਂ ਲੱਗਦਾ ਸੀ ਕਿ ਆਕਸੀਜਨ ਦੀ ਵੀ ਕਦੇ ਤੋਟ ਹੋ ਸਕਦੀ ਹੈ। ਸਾਡੇ ਮੁਲਕ ਦੇ ਵਿੱਚ ਆਕਸੀਜਨ ਨਾ ਮਿਲਣ ਕਰਕੇ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਕਰੋਨਾ ਨਾਲੋਂ ਵੀ। ਇਹ ਹਾਲਾਤ ਮੁਲਕ ਦੇ ਵਿੱਚ ਪੈਦਾ ਹੋ ਗਏ, ਨਾ ਸਿਰਫ ਮੁਲਕ ਦੇ ਵਿੱਚ, ਪੰਜਾਬ ਦੇ ਵਿੱਚ ਵੀ ਆਕਸੀਜਨ ਨਾ ਮਿਲਣ ਕਰਕੇ ਕਈ ਮੌਤਾਂ ਹੋਈਆਂ ਨੇ। ਅਜਿਹੇ ਹਾਲਾਤਾਂ ਦੇ ਵਿੱਚ ਸਾਡੀਆਂ ਤਿਆਰੀਆਂ ਕਿੱਥੇ ਨੇ ਫਿਰ? ਹਰਪ੍ਰੀਤ ਜੀ, ਮੈਂ 1 ਮਿੰਟ ਵਾਸਤੇ ਪਹਿਲਾਂ ਜੋ ਮਿਸਟਰ ਰਾਣਾ ਨੇ ਇਸ਼ੂ ਲਿਆ ਮੈਂ ਉੱਤੇ ਵੀ ਕਮੈਂਟ ਕਰਨਾ ਚਾਹੁੰਦਾ। ਜ਼ਰੂਰ। ਉਹ ਇਹ ਹੈਗਾ ਕਿ ਇਹ ਮੁਲਾਜ਼ਮ 10-12 ਸਾਲ ਤੋਂ ਕੰਮ ਕਰ ਰਹੇ ਹੈਗੇ ਆ, ਔਰ ਅਗਰ ਇਹਨਾਂ ਨੇ 25-26 ਸਾਲ ਦੀ ਉਮਰ ਦੇ ਵਿੱਚ ਨੌਕਰੀ ਜੁਆਇਨ ਕੀਤੀ ਹੋਏਗੀ ਤਾਂ ਇਹ ਅੱਜ 34-35-36 ਸਾਲ ਦੇ ਹੋ ਗਏ ਹੋਣਗੇ। ਇਹਨਾਂ ਨੂੰ ਆਪਣਾ ਇੱਕ ਸੈਂਸਿਟੀਵਿਟੀ ਦੇ ਨਾਲ ਇਹਨਾਂ ਦੇ ਕੇਸ ਨੂੰ ਵਿਚਾਰਨ ਦੀ ਲੋੜ ਹੈ। ਸਰਕਾਰ ਭਾਵੇਂ ਕੇਂਦਰ ਦੀ ਹੈ ਭਾਵੇਂ ਸਟੇਟ ਦੀ ਹੈ, ਇਹ ਮੁਲਾਜ਼ਮਾਂ ਪ੍ਰਤੀ ਜਿਹੜੀ ਹੈਗੀ ਹੈ ਬਹੁਤ ਇਨਸੈਂਸਿਟਿਵ ਫੀਲ ਹੋ ਰਹੀ ਹੈ, ਕਿਉਂਕਿ ਜਿਹੜੀਆਂ ਆਪਣੀਆਂ ਸੈਂਟਰਲ ਗਵਰਨਮੈਂਟ ਨੇ ਵੀ ਜਿਹੜੀਆਂ ਆਪਣਾ PSUs ਆਪਣਾ ਅਦਾਰੇ ਵੇਚ ਦਿੱਤੇ ਆ, ਉਹਦੇ ਨਾਲ ਪਹਿਲਾਂ ਤਾਂ 2014 ਤੋਂ ਲੈ ਕੇ ਅੱਜ ਤੱਕ 7 ਲੱਖ ਮੁਲਾਜ਼ਮ ਸ਼ਾਂਤੀ ਕਰ ਦਿੱਤਾ ਆ, ਭਾਵੇਂ ਉਹ ਰੇਲਵੇ ਚੋਂ ਹੋਇਆ, ਭਾਵੇਂ ਉਹ 에ਅਰਪੋਰਟ ਤੋਂ ਹੋਇਆ, ਭਾਵੇਂ ਉਹ ਬੰਦਰਗਾਹਾਂ ਤੋਂ ਹੋਇਆ, ਭਾਵੇਂ ਕਿਸੇ ਹੋਰ ਅਦਾਰੇ ਚੋਂ ਹੋਇਆ। ਨਵੇਂ ਉੱਥੇ ਭਰਤੀ ਨਹੀਂ ਹੋਣੇ, ਜਿਹੜੇ ਰੱਖੇ ਜਾ ਰਹੇ ਆ ਉਹ ਸਿਰਫ ਅਡਹੌਕ ਤੇ ਆ, ਉਹਨਾਂ ਨੂੰ ਕੰਟਰੈਕਟ ਤੇ ਰੱਖਿਆ ਜਾ ਰਿਹਾ। 1/5 ਯਾਨੀ ਕਿ 20% ਸੈਲਰੀ ਉਹਨਾਂ ਦੀ ਦਿੱਤੀ ਜਾ ਰਹੀ ਆ, ਔਰ ਉਹਨਾਂ ਨੂੰ ਮੌਤ ਨਾਲ ਲੜਨ ਦੇ ਵਾਸਤੇ ਭੇਜਿਆ ਜਾ ਰਿਹਾ, ਕਿਉਂਕਿ ਇਹਨਾਂ ਨੂੰ ਅੱਜ ਦਾ ਜਿਹੜਾ ਮੈਡੀਕਲ ਸਟਾਫ ਹੈ ਇਹ ਆਮ ਹਾਲਾਤਾਂ ਦਾ ਮੈਡੀਕਲ ਸਟਾਫ ਨਹੀਂ ਹੈ। ਇਹ ਇਹਨਾਂ ਦੀ ਆਪਣੇ ਜਦੋਂ ਇੱਕ ਲੜਦੇ ਹੈਗੇ ਆ ਆਪਣਾ ਕਰੋਨਾ ਦੇ ਨਾਲ, ਤਾਂ ਇਹ ਆਪ ਵੀ ਚਪੇਟ 'ਚ ਆ ਸਕਦੇ ਆ, ਇਹਨਾਂ ਦੀ ਆਪਣੀ ਵੀ ਮੌਤ ਹੋ ਸਕਦੀ ਹੈ। ਸੋ ਇਸ ਕਰਕੇ ਇੱਕ ਤਾਂ ਇਹ ਇਸ਼ੂ ਹੈਗਾ ਨੰਬਰ 1। ਸੈਕਿੰਡ ਹੈਗਾ ਆ ਇਸ਼ੂ ਜਿਹੜਾ ਆਪਣਾ ਤੁਸੀਂ ਆਕਸੀਜਨ ਦੀ ਗੱਲ ਕੀਤੀ ਆ, ਮੈਂ ਸਮਝਦਾ ਹੈਗਾ ਆ ਕਿ ਇਹ ਤਾਂ ਪਤਾ ਸੀਗਾ, ਇਹ ਤਾਂ ਸਾਡੇ ਜਿਹੜੇ ਡਾਕਟਰ ਹੈ, ਸਾਡੇ ਸਾਇੰਟਿਸਟ ਹੈ, ਸਾਡੇ ਮਾਹਰ ਹੈ, ਇਹ ਅੱਜ ਨਹੀਂ ਆਪਾਂ ਨੂੰ ਜਨਵਰੀ ਤੋਂ ਹੀ ਆਗਾਹ ਕਰਦੇ ਆ ਰਹੇ ਆ ਕਿ ਸੈਕੰਡ ਵੇਵ ਆਉਣ ਵਾਲੀ ਹੈ, ਉਹਦੇ ਬਾਵਜੂਦ ਵੀ ਅਸੀਂ ਚੋਣਾਂ ਵੀ ਕਰਾ ਰਹੇ ਹਾਂ, ਅਸੀਂ ਆਪਣਾ ਬਾਹਰਲੇ ਮੁਲਕਾਂ ਨੂੰ ਆਕਸੀਜਨ ਭੇਜ ਰਹੇ ਹਾਂ, ਅਸੀਂ ਬਾਹਰਲੇ ਮੁਲਕਾਂ ਨੂੰ ਆਪਣਾ ਜਿਹੜੀ ਵੈਕਸੀਨ ਉਹ ਭੇਜ ਰਹੇ ਹਾਂ, ਆਪਣੇ ਘਰ ਅਸੀਂ ਆਪਣੇ। ਇਹ ਤਾਂ ਇੰਝ ਹੀ ਹੈਗਾ ਕਿ ਜਿੱਦਾਂ ਬਰਸਾਤ ਆਉਣ ਵਾਲੀ ਹੈ, ਸਾਡੇ ਆਪਣੇ ਲੋਕੀ ਬਰਸਾਤ 'ਚ ਬਾਹਰ ਭਿੱਜ ਜਾਣ, ਬੈਠ ਜਾਣ, ਜੋ ਮਰਜ਼ੀ ਹੋਵੇ, ਤੇ ਅਸੀਂ ਲੋਕਾਂ ਨੂੰ ਟੈਂਟ ਸਪਲਾਈ ਕਰੀਏ ਬਾਹਰਲੇ ਮੁਲਕਾਂ ਨੂੰ। ਸੋ ਇਸ ਕਰਕੇ ਜਿਹੜੀ ਸਾਡੀ ਤਿਆਰੀ ਆ ਇਹ ਆਪਣਾ, ਮੈਂ ਤਾਂ ਇਹ ਕਹਾਂਗਾ ਕਿ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਕਿਉਂ ਨਾ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਜਿਹੜੀ ਆ FIR ਕੀਤੀ ਜਾਵੇ। ਮੈਂ ਸਮਝਦਾ ਹੈਗਾ ਕਿ ਕਿਉਂ ਨਾ ਸਿਆਸੀ ਬੰਦਿਆਂ ਨੂੰ ਆਪਣਾ ਕਟਹਿਰੇ 'ਚ ਖੜਾ ਕੀਤਾ ਜਾਵੇ। ਦੇ ਸ਼ੁੱਡ ਬੀ ਹੈਲਡ ਰਿਸਪੌਂਸਿਬਲ
possible. Why you have not prepared properly and to the mark? So ਇਸ ਕਰਕੇ ਇਹ ਆਪਣਾ ਜਦੋਂ ਪਤਾ ਨਾ ਹੋਵੇ, ਅਚਾਨਕ ਆ ਗਿਆ, ਹਨੇਰੀ ਆ ਗਈ, ਤੂਫਾਨ ਆ ਗਿਆ, ਸੁਨਾਮੀ ਆ ਗਿਆ, we can think ਆ ਵੀ ਹੁਣ ਤੁਸੀਂ ਘੱਟੋ ਘੱਟ ਕਹਿਣ ਜੋਗੇ ਨਹੀਂ ਹੋ ਕਿ ਕਰੋਨਾ ਲਾਇਲਾਜ ਬਿਮਾਰੀ ਹੈ, ਸਾਡੇ ਕੋਲ ਇਲਾਜ ਨਹੀਂ। ਹੁਣ ਤਾਂ ਤੁਹਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਨੁਕਸਾਨ ਹੋਇਆ ਤੁਹਾਡੇ ਕਰਕੇ। ਤੇ ਅੱਜ ਵੀ ਅੱਜ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਆ ਉਹ ਵੀ ਸਹੀ ਤਿਆਰੀਆਂ ਨਹੀਂ ਆ ਹਰਪ੍ਰੀਤ ਜੀ। ਅੱਜ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਆ ਉਹ ਐਡ ਹੌਕ ਤਿਆਰੀਆਂ ਆ। ਉਹ ਕਦੇ ਆਪਣੀਆਂ ਆਪਣਾ ਆਪਾਂ ਕਹਿੰਦੇ ਅੱਗੇ ਕਿ ਐਸੈਂਸ਼ੀਅਲ ਨਾਨ ਐਸੈਂਸ਼ੀਅਲ ਇਹ ਬੰਦ ਕਰਨੇ ਆ, ਲੋਕਡਾਊਨ ਕਰਨਾ। ਅਰੇ ਬਈ ਜੇ 10 ਦਿਨ ਲਈ 15 ਦਿਨ ਲਈ ਕਰੋਗੇ ਉਹਦੇ ਨਾਲ ਕੀ ਹੋ ਜਾਏਗਾ? तो इस करके एक फूल प्रूफ पॉलिसी ड्यूली डिबेटेड ਉਹਦੇ ਤੇ ਉੱਤੇ ਸਾਇੰਸਦਾਨਾਂ ਤੋਂ ਲੈ ਕੇ ਬਿਊਰੋਕਰੈਟਸ ਨੂੰ ਬਿਠਾ ਕੇ ਇੱਕ ਅੱਛੀ ਪਾਲਿਸੀ ਬਣਾਉਣੀ ਚਾਹੀਦੀ ਹੈ, ਜਿਹਦੇ ਨਾਲ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਕਿ ਦੇ ਸ਼ੁੱਡ ਕੋਆਪਰੇਟ, ਬਿਜ਼ਨਸ ਕੋਆਪਰੇਟ ਕਰੇ, ਸਾਰੇ ਲੋਕੀ ਕੋਆਪਰੇਟ ਕਰਨ। ਲੇਕਿਨ ਅੱਧੇ ਅਧੂਰੇ ਜਿਹੜੇ ਸਟੈਪ ਹੈਗੇ ਆ ਇਹਦੇ ਨਾਲ ਭਲਾ ਹੋਣ ਵਾਲਾ ਨਹੀਂ ਹੈ। ਠੀਕ ਹੈ ਕਿਉਂਕਿ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਸਰਕਾਰ ਹਦਾਇਤਾਂ ਜਾਰੀ ਕਰਦੀ ਹੈ तो ਤੁਹਾਨੂੰ ਮੰਨਣੀਆਂ ਹੀ ਪੈਂਦੀਆਂ ਨੇ ਕਿਉਂਕਿ ਸਰਕਾਰੀ ਆਰਡਰ ਹੈ, ਪਰ ਉਹਦੇ ਪਿੱਛੇ ਨਫਾ ਨੁਕਸਾਨ ਕੁਝ ਨਹੀਂ ਦੇਖਿਆ ਜਾ ਸਕਦਾ। ਦਿਲਾਵਰ ਸਿੰਘ ਜੀ, ਹੁਣ ਇਸ ਮੁੱਦੇ ਤੇ ਤੁਸੀਂ ਚਾਹੁੰਦੇ ਕੀ ਹੋ? ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ 15 ਤਰੀਕ ਤੱਕ ਤਾਂ ਤੁਹਾਨੂੰ ਇਦਾਂ ਹੀ ਚੱਲਣਾ ਪੈਣਾ। ਦੋ ਚੀਜ਼ਾਂ ਹੋ ਸਕਦੀਆਂ, ਜਾਂ ਤੁਹਾਡੀ ਡਿਮਾਂਡ ਹੋਏਗੀ ਕਿ ਪੂਰਾ ਲਾਕਡਾਊਨ ਲਾਇਆ ਜਾਵੇ ਜਾਂ ਤੁਹਾਨੂੰ ਵੀ ਰਾਹਤ ਦਿੱਤੀ ਜਾਵੇ। ਹਰਪ੍ਰੀਤ ਜੀ, ਮੈਂ ਤੁਹਾਡੇ ਚੈਨਲ ਰਾਹੀਂ, ਮੇਰੀ ਇੱਥੇ ਸਰਕਾਰ ਦੇ ਨੁਮਾਇੰਦੇ ਬੈਠੇ ਆ, ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਹ ਜਿਹੜਾ ਤੁਸੀਂ ਨਾਨ ਐਸੈਂਸ਼ੀਅਲ ਦੇ ਉੱਪਰ ਰਿਸਟ੍ਰਿਕਸ਼ਨਸ ਲਗਾਈਆਂ ਨੇ ਇਹਦੇ ਤੇ ਦੁਬਾਰਾ ਪੁਨਰ ਵਿਚਾਰ ਕੀਤਾ ਜਾਵੇ। ਤੁਸੀਂ ਵਪਾਰੀ ਨੂੰ ਨਾ ਮਾਰੋ। ਵਪਾਰੀ ਅਗਰ ਪਿਛਲੇ ਸਾਲ ਦੇ ਮਾਰ ਤੋਂ ਅਜੇ ਖੜਾ ਨਹੀਂ ਹੋਇਆ, ਤੁਸੀਂ ਹੁਣ ਮਾਰੋਗੇ ਤਾਂ ਹੁਣ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਉਹ ਬੇਰੁਜ਼ਗਾਰ ਹੋ ਜਾਣਗੇ। ਬਹੁਤ ਸਾਰੇ ਵਪਾਰੀ ਆ, ਹੋ ਸਕਦਾ ਕਿ ਉਹ ਆਪਣਾ ਬਿਜ਼ਨਸ ਦੁਬਾਰਾ ਸ਼ੁਰੂ ਕਰਨ ਦੀ ਪੋਜੀਸ਼ਨ ਵਿੱਚ ਹੀ ਨਾ ਹੋਣ। ਦੂਸਰੀ ਚੀਜ਼ ਹਰਪ੍ਰੀਤ ਜੀ, ਇੱਕ ਇੱਥੇ ਬੜੀ ਹੈਰਾਨੀ ਵਾਲੀ ਹੈ, ਜਿਹੜੇ ਈ ਕਮਰਸ ਨੇ, ਅੱਜ ਈ ਕਮਰਸ ਦੇ ਪਲੇਟਫਾਰਮਸ ਨੂੰ ਖੁੱਲ੍ਹ ਹੈ। ਇੱਕ ਈ ਕਮਰਸ ਵਾਲਾ ਸਰ ਜਿਹੜਾ ਡਿਲੀਵਰੀ ਬੁਆਏ ਹੈ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ 50 ਘਰਾਂ ਦੇ ਵਿੱਚ ਜਾਂਦਾ, ਕਿੰਨਿਆਂ ਦੇ ਘਰੇ ਜਾ ਕੇ ਉਹ ਦਰਵਾਜ਼ਾ ਖੜਕਾਉਂਦਾ, ਪੈਕਟ ਦਿੰਦਾ। ਕੀ ਉਹ ਸਪਰੈਡਰ ਨਹੀਂ ਹੈ? ਇੱਕ ਜਿਹੜਾ ਦੁਕਾਨ ਦੇ ਵਿੱਚ 4 ਬੰਦੇ ਉਹਦੇ ਸਟਾਫ ਦੇ ਕੰਮ ਕਰ ਰਿਹਾ, ਅਸੀਂ ਆਪਣਾ ਪੂਰਾ ਪਿਛਲੇ 1 ਸਾਲ ਤੋਂ ਲੈ ਕੇ ਪੂਰੀ ਪ੍ਰੀਕਾਸ਼ਨਸ ਲੈ ਰਹੇ ਹਾਂ। ਅਸੀਂ ਆਪਣੀ ਦੁਕਾਨਾਂ ਦੇ ਵਿੱਚ ਸੈਨੀਟਾਈਜ਼ਰ ਰੱਖਿਆ ਹੋਇਆ। ਅਸੀਂ ਮਤਲਬ ਜ਼ਿਆਦਾ ਇਕੱਠ ਹੁੰਦਾ ਤਾਂ ਉੱਥੇ ਵੀ ਅਸੀਂ ਰੋਕਦੇ ਹਾਂ ਕਿ ਤੁਸੀਂ ਭਾਈ ਅਜੇ ਅੰਦਰ ਨਾ ਆਓ। ਫਿਰ ਅਸੀਂ ਆਪਣਾ ਸਾਡਾ ਸਟਾਫ ਪੂਰਾ ਜਿਹੜਾ ਮਾਸਕ ਦਾ ਪ੍ਰੋਸੀਜਰ ਹੈ ਉਹ ਪਹਿਨ ਕੇ ਕੰਮ ਕਰ ਰਿਹਾ। ਤਾਂ ਮੈਂ ਸਭ ਤੋਂ ਪਹਿਲਾਂ ਸਾਡੀ ਇਹ ਵਪਾਰ ਮੰਡਲ ਦੀ ਡਿਮਾਂਡ ਹੈ ਕਿ ਇਸ ਨਾਨ ਐਸੈਂਸ਼ੀਅਲ ਨਾਲ ਜਿਹੜਾ ਤੁਸੀਂ ਬੰਦ ਕਰਕੇ ਇੱਕ ਵਪਾਰੀ ਵਰਗ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ, ਇਸ ਦੇ ਉੱਪਰ ਪੁਨਰ ਵਿਚਾਰ ਕੀਤਾ ਜਾਵੇ। ਇਹ ਸਰਕਾਰ ਸਰ ਇਦਾਂ ਦੇ ਜਿਹੜੇ ਫੈਸਲੇ ਆ ਇਹ ਬੜੇ ਹੜਬੜੀ ਦੇ ਵਿੱਚ ਲੈ ਰਹੀ ਹੈ। ਤੁਸੀਂ ਦੇਖੋ ਹਰਪ੍ਰੀਤ ਜੀ, ਜਿਹੜੇ ਡਿਵੈਲਪ ਕੰਟਰੀ ਸੀਗੇ ਉਹਨਾਂ ਦੇ ਵਿੱਚ ਜਿਹੜੀ ਸੈਕੰਡ ਵੇਵ ਹੈ ਉਹ ਕਦੋਂ ਤੋਂ ਕਿੰਨੇ ਮਹੀਨੇ ਪਹਿਲਾਂ ਤੋਂ ਆ ਚੁੱਕੀ ਹੈ। ਅਸੀਂ ਉਦੋਂ ਵੀ ਨਹੀਂ ਸਿੱਖਿਆ, ਅਸੀਂ ਉੱਥੋਂ ਵੀ ਨਹੀਂ ਸਿੱਖਿਆ ਕਿ ਉਹਨਾਂ ਕੰਟਰੀਜ਼ ਜਿਹੜੇ ਕਿ ਸਾਡੇ ਨਾਲੋਂ ਕਿਤੇ ਅੱਗੇ ਨੇ, ਉਹਨਾਂ ਦੇ ਵਿੱਚ ਸੈਕੰਡ ਵੇਵ ਆਈ ਔਰ ਸੈਕੰਡ ਵੇਵ ਨੇ ਕਿੰਨਾ ਮਤਲਬ ਉੱਥੇ ਮਤਲਬ ਪਹਿਲੇ ਨਾਲੋਂ ਜ਼ਿਆਦਾ ਨੁਕਸਾਨ ਕੀਤਾ ਔਰ ਉਹਨਾਂ ਨੇ ਫਿਰ ਵੀ ਸਾਂਭਿਆ ਔਰ ਅਸੀਂ ਅਵੇਸਲੇ ਹੋਏ ਬੈਠੇ ਆ ਸਰ। ਤੁਸੀਂ ਜਿੰਨੇ ਡਿਵੈਲਪ ਕੰਟਰੀਜ਼ ਆ ਸਰ ਉਹਨਾਂ ਦੇ ਵਿੱਚ ਦੇਖੋ, ਅਸੀਂ ਸੋਸ਼ਲ ਮੀਡੀਆ ਤੇ ਨਿਊਜ਼ ਪੇਪਰ 'ਚ ਪੜ੍ਹਦੇ ਆ ਕਿ ਕੈਨੇਡਾ ਦੇ ਵਿੱਚ ਅਗਰ ਕਿਸੇ ਉਹਨਾਂ ਨੇ ਬਿਜ਼ਨੈਸ ਬੰਦ ਕੀਤੇ ਤਾਂ ਉਹਨਾਂ ਨੇ ਕਿੰਨੀ ਅੱਛੀ ਫਾਈਨੈਂਸ਼ੀਅਲ ਸਪੋਰਟ ਦਿੱਤੀ। ਸਾਡੇ ਜਿਹੜਾ ਉੱਥੇ ਅੱਜ ਲੱਖਾਂ ਸਟੂਡੈਂਟ ਕੈਨੇਡਾ ਦੇ ਵਿੱਚ ਜਾ ਕੇ ਬੈਠਾ, ਉਹਨਾਂ ਨੂੰ ਵੀ ਉਹਨਾਂ ਨੇ ਬਿਨਾਂ ਮੰਗੇ ਮਤਲਬ ਉਹਨਾਂ ਦੇ ਹਰ ਇੱਕ ਦੇ ਖਾਤੇ ਦੇ ਵਿੱਚ ਉਹਨਾਂ ਨੇ ਪੈਸਾ ਪਾਇਆ ਕਿ ਨਹੀਂ ਇਹ ਸਾਡੇ ਸਿਟੀਜ਼ਨ ਨੇ, ਅੱਜ ਅਸੀਂ ਇਹਨਾਂ ਦੀ ਮਦਦ ਕਰਨੀ ਹੈ, ਇਹਨਾਂ ਨੂੰ ਕੋਈ ਸਫਰਿੰਗ ਨਹੀਂ ਹੋਣੀ ਚਾਹੀਦੀ। ਲੇਕਿਨ ਸਾਡੀ ਸਰਕਾਰ ਸੁੱਤੀ ਰਹੀ। ਔਰ ਜਿਵੇਂ ਲੱਦਰ ਸਾਹਿਬ ਨੇ ਕਿਹਾ ਕਿ ਵੈਕਸੀਨੇਸ਼ਨ ਤਾਂ ਸਰ ਤਾਂ ਅਸੀਂ ਦਿੱਤੀ ਹੀ ਫੋਰਨ ਕੰਟਰੀਜ਼ ਨੂੰ। ਮੈਂ ਕੱਲ ਕਿਤੇ ਪਰਸੋਂ ਕਿਤੇ ਸੋਸ਼ਲ ਮੀਡੀਆ ਤੇ ਪੜ੍ਹ ਰਿਹਾ ਸੀ ਕਿ ਜਨਵਰੀ ਮਹੀਨੇ ਤੱਕ ਪਤਾ ਨਹੀਂ ਅਸੀਂ ਕਿੰਨੇ ਮੀਟ੍ਰਿਕ ਟਨ ਜਿਹੜੀ ਆਕਸੀਜਨ ਐਕਸਪੋਰਟ ਕੀਤੀ ਹੈ ਸਰ। ਮੇਰਾ ਖਿਆਲ ਹੈ ਕਿ ਇਹ ਸਹੀ ਖਬਰ ਹੈ। ਅਸੀਂ ਜਨਵਰੀ ਦੇ ਵਿੱਚ ਆਕਸੀਜਨ ਐਕਸਪੋਰਟ ਕਰ ਰਹੇ ਹਾਂ। ਸਾਡੇ ਇੱਥੇ ਟੁੱਟ ਪੈ ਗਈ, ਸਾਡੇ ਤੇ ਬੰਦੇ ਮਰਦੇ ਪਏ। ਸੈਕੰਡ ਵੇਵ ਚੱਲ ਰਹੀ ਹੈ, ਲੇਕਿਨ ਅਸੀਂ ਅਵੇਸਲੇ। ਇਹਦਾ ਮਤਲਬ ਕਿ ਸਾਡੀਆਂ ਸਰਕਾਰਾਂ ਜਾਂ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਮ ਜਨਤਾ ਦੀ ਪਰਵਾਹ ਹੀ ਨਹੀਂ ਹੈਗੀ ਸਰ। ਦੇ ਆਰ ਮਤਲਬ ਕਿ ਲੀਸਟ ਬਾਊਦਰਡ ਕਿ ਕੋਈ ਮਰ ਰਿਹਾ ਜੀ ਰਿਹਾ, ਉਹਨਾਂ ਨੂੰ ਸਾਡੀ ਕੋਈ ਪਰਵਾਹ ਨਹੀਂ ਹੈਗੀ। ਔਰ ਮੈਂ ਇੱਕ ਵਾਰ ਫੇਰ ਸਾਰੇ ਤੁਹਾਡੇ ਚੈਨਲ ਰਾਹੀਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਇਹ ਸਾਡੀ ਬਹੁਤ ਜ਼ਬਰਦਸਤ ਮੰਗ ਹੈ ਵਪਾਰ ਮੰਡਲ ਦੀ ਕਿ ਇਹ ਨਾਨ ਐਸੈਂਸ਼ੀਅਲ ਦੀ ਜਿਹੜੀ ਤੁਸੀਂ ਰਿਸਟ੍ਰਿਕਸ਼ਨ ਲਗਾਈ ਹੈ ਇਹਦੇ ਉੱਪਰ ਤੁਸੀਂ ਦੁਬਾਰਾ ਪੁਨਰ ਵਿਚਾਰ ਕਰੋ ਔਰ ਵਪਾਰੀ ਵਰਗ ਨੂੰ ਇਹਦੇ ਤੇ ਰਿਲੀਫ ਦਿਓ। ਠੀਕ ਹੈ ਡਾਕਟਰ ਸਾਹਿਬ ਕੋਲ ਚਲਦੇ ਹਾਂ। ਡਾਕਟਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਡਾਕਟਰ ਅਮਰਜੀਤ ਸਿੰਘ ਜੀ। ਜੀ ਸਰ ਜੀ। ਹਾਂਜੀ ਡਾਕਟਰ ਅਮਰਜੀਤ ਸਿੰਘ ਜੀ, ਮੈਂ ਇੱਕ ਗੱਲ ਜਾਣਨਾ ਚਾਹੁੰਦਾ, ਕੁਝ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਕੁਝ ਪੈਨਿਕ ਵੀ ਹੋ ਰਿਹਾ। ਪੈਨਿਕ ਹੋਣ ਕਰਕੇ ਵੀ ਲੋਕ ਆਕਸੀਜਨ ਵੱਲ ਭੱਜਦੇ ਨੇ ਜਾਂ ਰਿਜ਼ਰਵ ਰੱਖ ਲੈਂਦੇ ਨੇ। ਬੜੇ ਸਾਰੇ ਪ੍ਰਾਈਵੇਟ ਹਸਪੀਟਲਸ ਦਾ ਬੈੱਡ ਘੇਰਿਆ ਹੋਇਆ ਉਹਨਾਂ ਨੇ। ਇਹ ਕੁਝ ਤੁਹਾਨੂੰ ਲੱਗਦਾ ਕਿ ਕੁਝ ਪੈਨਿਕ ਵੀ ਹੈ? ਕਿਉਂਕਿ ਜਦੋਂ ਮਾਹੌਲ ਇਦਾਂ ਦਾ ਹੋ ਜੇ ਤਾਂ ਹਰ ਇੱਕ ਨੂੰ ਲੱਗਦਾ ਕਿ ਮੇਰੀ ਆਕਸੀਜਨ ਨਾ ਘਟ ਜੇ, ਮੈਂ ਜਾ ਕੇ ਫਟਾਫਟ ਬੈੱਡ ਲੈ ਲਵਾਂ ਜਾਂ ਮੈਂ ਆਕਸੀਜਨ ਲਵਾ ਲਾਂ। ਜਿਨ੍ਹਾਂ ਨੂੰ ਚਾਹੀਦੀ ਵੀ ਨਹੀਂ ਉਹ ਵੀ ਜਾ ਕੇ ਉੱਥੇ ਬੈਠੇ ਹੋਏ ਨੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਜਦੋਂ
ਮੀਡੀਆ 'ਚ ਇੰਨੀ ਜ਼ਿਆਦਾ ਕਵਰੇਜ ਆਉਂਦੀ ਹੈ ਕਿ ਇਹ ਬਹੁਤ ਜ਼ਿਆਦਾ ਮੌਤਾਂ ਹੋ ਗਈਆਂ, ਆਕਸੀਜਨ ਦੀ ਕਮੀ ਹੋ ਗਈ, ਤਾਂ ਹਰੇਕ ਬੰਦਾ ਚਿੰਤਿਤ ਹੋ ਜਾਂਦਾ ਹੈ। ਸਪੈਸ਼ਲੀ ਕੋਈ ਅਰਲੀ ਫੇਜ਼ ਵਿੱਚ ਵੀ ਹੈਗਾ ਪੇਸ਼ੈਂਟ, ਉਹ ਵੀ ਐਪਰੀਹੈਂਸਿਵ ਹੋ ਜਾਂਦੀਆਂ। ਫੈਮਿਲੀ ਸਾਨੂੰ ਵੀ ਇਨਕੁਆਇਰ ਕਰਦੀਆਂ ਕਿ ਅਸੀਂ ਸਿਲੰਡਰ ਲੈ ਕੇ ਰੱਖ ਲਈਏ ਜੀ, ਸਾਨੂੰ ਦੱਸੋ ਕਿੱਥੋਂ ਮਿਲਦੇ ਆ, ਕਿਸ ਤਰ੍ਹਾਂ। ਸੋ ਇਹ ਬੜਾ ਨੈਚੁਰਲ ਹੈ, ਹਰੇਕ ਬੰਦੇ ਨੂੰ ਜਾਨ ਪਿਆਰੀ ਹੈ, ਪਰ ਇਹ ਜਿਹੜਾ ਰਿਸਪੌਂਸ ਹੈ ਇਹ ਮਤਲਬ ਕੋਈ ਠੀਕ ਨਹੀਂ ਹੈ। ਇਹ ਹੋਰਡਿੰਗ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਤਾਂ ਮਤਲਬ ਇਹਨੂੰ ਕਰਵ ਕੀਤਾ ਜਾ ਸਕਦਾ ਜੇ ਇਨਸ਼ੋਰ ਕੀਤੀ ਜਾਵੇ ਰੈਗੂਲਰ ਸਪਲਾਈ ਆਕਸੀਜਨ ਪ੍ਰੋਪਰਲੀ ਸਾਰੇ ਹਸਪੀਟਲਾਂ 'ਚ ਮਿਲ ਜਾਵੇ। ਸਰਕਾਰ ਅਸ਼ੋਰ ਕਰੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਆਏਗੀ, ਤਾਂ ਫਿਰ ਇਹ ਜਿਹੜਾ ਡਰ ਹੈ ਚੱਕਿਆ ਜਾਏਗਾ। ਪਰ ਉਸ ਤੋਂ ਪਹਿਲਾਂ ਇਹ ਪੈਨਿਕ ਹੋਣਾ ਲੋਕਾਂ ਦਾ ਬੜਾ ਇੱਕ ਅਹਿਮ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਨਾ। ਮੈਨੂੰ ਪਤਾ ਕਿ ਸ਼ਾਇਦ ਉਹ ਤੁਹਾਡੀ ਫੀਲਡ ਨਹੀਂ ਹੈ, ਪਰ ਫਿਰ ਵੀ ਮੈਂ ਤੁਹਾਡੇ ਤੋਂ ਸਮਝਣਾ ਚਾਹਨਾ। ਇੱਕ ਆਮ ਅਫਵਾਹ ਬਹੁਤ ਫੈਲੀ ਹੋਈ ਹੈ ਲੋਕਾਂ ਦੇ ਵਿੱਚ, ਇੱਕ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਹ 5G ਕਰਕੇ ਹੋ ਰਿਹਾ, ਕਰੋਨਾ ਨਹੀਂ ਹੈ ਜੀ। 5G ਰੇਂਜ ਬਹੁਤ ਵੱਧ ਰਹੀ ਹੈ, ਚਾਈਨਾ ਨੇ 5G ਲਾਂਚ ਕੀਤਾ ਹੈ, ਭਾਰਤ ਦੇ ਵਿੱਚ ਵੀ ਲਾਂਚ ਹੋ ਗਿਆ, ਇਸ ਕਰਕੇ ਬਿਮਾਰੀ ਵੱਧ ਰਹੀ ਹੈ। ਕੋਈ ਸਾਇੰਟੀਫਿਕ ਪ੍ਰੂਫ ਹਾਲੇ ਤੱਕ ਮਿਲਿਆ ਕਿ 5G ਕਰਕੇ ਕਰੋਨਾ ਦੇ ਕੇਸਿਸ ਵੱਧ ਰਹੇ ਨੇ, ਜਾਂ ਕਰੋਨਾ ਹੈ ਹੀ ਨਹੀਂ ਹੈ, ਇਹ 5G ਕਰਕੇ ਸਭ ਕੁਝ ਹੋ ਰਿਹਾ? ਨਹੀਂ, ਇਹਦੇ ਕਲੀਅਰ ਕੱਟ ਹੈ ਜੀ। ਸਾਰਾ ਜਿਹੜਾ ਵਾਇਰੋਲੋਜੀ ਇੰਸਟੀਚਿਊਟ ਹੈ ਉਹਨਾਂ ਨੇ ਵਾਇਰਸ ਆਈਸੋਲੇਟ ਕੀਤਾ ਪੇਸ਼ੈਂਟਸ ਚੋਂ, ਨਵਾਂ ਵਾਇਰਸ ਹੈ, ਤੇ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਇਟ ਇਜ਼ ਅ ਵਾਇਰਲ ਡਿਜ਼ੀਜ਼ ਤੇ ਉਹਦੀ ਕੰਪਲਿਕੇਸ਼ਨਸ ਕਰਕੇ ਕਰੋਨਾ ਹੁੰਦਾ ਹੈ। ਮੇਰਾ ਖਿਆਲ ਹੈ ਕਿ ਰੇਡੀਏਸ਼ਨ ਦਾ ਡਾਇਰੈਕਟ ਕੋਈ ਇਫੈਕਟ ਨਹੀਂ ਹੈਗਾ ਕਰੋਨਾ ਦੀ ਜਿਹੜੀ ਪੈਥੋਜੈਨੇਸਿਸ ਦੇ ਵਿੱਚ। ਕਰੋਨਾ ਇਟਸੈਲਫ ਇਜ਼ ਅ ਵਾਇਰਸ ਐਂਡ ਇਟ ਇਜ਼ ਅ ਵਾਇਰਲ ਡਿਜ਼ੀਜ਼। ਕਿਉਂਕਿ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅਕਸਰ ਇਹ ਹੁੰਦਾ ਹੈ ਸੋਸ਼ਲ ਮੀਡੀਆ ਦਾ ਬੜੇ ਸਾਰੇ ਫਾਇਦੇ ਨੇ ਤੇ ਬੜੇ ਸਾਰੇ ਨੁਕਸਾਨ ਵੀ ਨੇ। ਘਰ ਡਾਕਟਰ ਬੈਠਾ ਹੈ, ਡਾਕਟਰ ਆਪਣੀਆਂ ਰਾਏ ਦਿੰਦਾ ਵੀ ਤੁਸੀਂ ਆਹ ਖਾ ਲਓ, ਤੁਸੀਂ ਆਹ ਪੀ ਲਓ, ਇਹਦੇ ਕਰਕੇ ਕਰੋਨਾ ਹੋ ਗਿਆ, ਉਹਦੇ ਕਰਕੇ ਕਰੋਨਾ ਹੋ ਗਿਆ। ਸਾਡੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਦਾਂ ਦੀਆਂ ਅਫਵਾਹਾਂ, ਇਦਾਂ ਦੇ ਰਿਊਮਰਸ ਤੋਂ ਬਚਣਾ ਚਾਹੀਦਾ। ਇੱਕ ਅਫਵਾਹ ਬੜੀ ਵੱਡੀ ਫੈਲੀ ਪਈ ਕਿ 5G ਕਰਕੇ ਸਭ ਕੁਝ ਹੋ ਰਿਹਾ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ 5G ਕਰਕੇ ਬਿਲਕੁਲ ਨਹੀਂ ਹੋ ਰਿਹਾ, ਇਸ ਅਫਵਾਹ ਤੋਂ ਬਚਣਾ ਚਾਹੀਦਾ ਹੈ। ਇਸੇ ਕਰਕੇ ਹੀ ਵਾਰ-ਵਾਰ ਲੋਕਾਂ ਨੂੰ ਕਿਹਾ ਜਾਂਦਾ ਕਿ ਰਿਊਮਰਸ ਨਾ ਫੈਲਾਏ ਜਾਣ। ਸਰਕਾਰਾਂ ਨੂੰ ਵੀ ਸਖਤੀ ਕਰਨੀ ਚਾਹੀਦੀ ਹੈ। ਬੜੀਆਂ ਸਾਰੀਆਂ ਅਫਵਾਹਾਂ ਜਾਨਲੇਵਾ ਸਾਬਤ ਹੋ ਜਾਂਦੀਆਂ ਨੇ। ਸਾਡੇ ਤੱਕ ਬੜੀਆਂ ਐਸੀਆਂ ਖਬਰਾਂ ਆਈਆਂ ਕਿ ਕਿਸੇ ਨੂੰ ਕਹਿ ਦਿੱਤਾ ਕਿ ਤੁਸੀਂ ਆਹ ਖਾ ਲਓ ਜਾਂ ਤੁਸੀਂ ਆਹ ਪੀ ਲਓ, ਉਹ ਖਾਣ ਪੀਣ ਕਰਕੇ ਵੈਸੇ ਤਾਂ ਬੰਦਾ ਮਰੇ ਨਾ ਮਰੇ, ਕਰੋਨਾ ਕਰਕੇ ਮਰੇ ਨਾ ਮਰੇ, ਤੇ ਉਹ ਖਾਣ ਪੀਣ ਕਰਕੇ ਜ਼ਰੂਰ ਮਰ ਜਾਂਦਾ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਤੁਸੀਂ ਕੁਝ ਐਡ ਆਨ ਕਰਨਾ ਚਾਹੁੰਦੇ ਹੋ ਲਦਰ ਸਾਹਿਬ? ਫਿਰ ਮੈਂ ਹਰਪ੍ਰੀਤ ਜੀ, ਮੈਂ ਡਾਕਟਰ ਸਾਹਿਬ ਨੂੰ ਇੰਡੋਰਸ ਕਰਨਾ ਚਾਹੁੰਦਾ ਹੈਗਾ ਕਿ ਆਪਣਾ ਇਹ ਵਰਲਡ ਓਵਰ ਜਿਹੜੀਆਂ ਸਟੱਡੀਜ਼ ਹੈ ਨਾ ਜੀ ਕਰੋਨਾ ਨੂੰ ਲੈ ਕੇ, ਕੋਈ ਇੱਕ ਵੀ ਸਟੱਡੀ ਇਹਨੂੰ ਆਪਣਾ ਸਪੋਰਟ ਨਹੀਂ ਕਰਦੀ ਹੈਗੀ ਕਿ 5G ਦੀ ਕੋਈ ਵਜ੍ਹਾ ਹੈਗੀ ਹੈ। ਤੇ ਇਹ ਜਿਹੜਾ ਸੋਸ਼ਲ ਮੀਡੀਆ ਦਾ ਹੈਗਾ, ਜਿੱਥੇ ਬਹੁਤ ਸਾਰਾ ਇਹਦਾ ਬੈਨੀਫਿਟ ਹੈ, ਉੱਥੇ ਇਹਦਾ ਇੱਕ ਬਹੁਤ ਡਿਸਐਡਵਾਂਟੇਜ ਵੀ ਹੈ ਕਿ ਇਹ ਮਿਸ ਇਨਫੋਰਮੇਸ਼ਨ ਵੀ ਬਹੁਤ ਜ਼ਬਰਦਸਤ ਫੈਲਾਉਂਦਾ। ਇਹਨੂੰ ਇਹ ਜਿਹੜਾ ਆਪਣਾ 5G ਨੂੰ ਲਿੰਕ ਕੀਤਾ ਗਿਆ, ਇਹ ਸਭ ਤੋਂ ਜ਼ਿਆਦਾ ਇੰਗਲੈਂਡ ਦੇ ਵਿੱਚ ਹੋਇਆ ਔਰ ਉੱਥੋਂ ਇਹ ਬਾਕੀ ਮੁਲਕਾਂ ਦੇ ਵਿੱਚ ਵੀ ਆ ਗਿਆ। ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਬੈਠੇ ਮਿੰਟਾਂ ਸਕਿੰਟਾਂ 'ਚ ਹਰ ਦੇਸ਼ 'ਚ ਪਹੁੰਚ ਜਾਂਦੇ। ਸੋ ਇਹਦੇ 'ਚ ਕੋਈ ਸੱਚਾਈ ਨਹੀਂ ਹੈਗੀ। ਇੰਡੀਆ ਦੇ ਵਿੱਚ ਤਾਂ ਅਜੇ 5G ਟੈਸਟਿੰਗ ਹੀ ਹੈਗੀ ਆ। ਇੱਕ ਅੱਧੇ ਲੋਕਾਂ ਲੱਗਦਾ ਉਸ ਟੈਸਟਿੰਗ ਦਾ ਹੀ ਅਸਰ ਹੋ ਗਿਆ। ਉਹ ਟੈਸਟਿੰਗ ਵੀ ਹਜੇ ਆਪਣੀ ਪੂਰੀ ਨਹੀਂ ਹੈ, ਪੂਰੇ ਇੰਡੀਆ 'ਚ ਨਹੀਂ ਹੈ। ਸੋ ਆਈ ਥਿੰਕ देयर इज नो ਲਿੰਕ ਬਿਟਵੀਨ ਦਾ ਕਰੋਨਾ ਐਂਡ ਦਾ। ਚਲੋ 30 ਸੈਕਿੰਡ ਖੁੱਲਰ ਸਾਹਿਬ, 30 ਸੈਕਿੰਡ, ਕਿਉਂਕਿ ਸਰਕਾਰ ਦੇ ਹੱਥ ਹੀ ਸਭ ਕੁਝ ਹੈਗਾ। ਭਾਵੇਂ ਉਹ ਰਾਣਾ ਸਾਹਿਬ ਦੀ ਸਿਚੁਏਸ਼ਨ ਹੋਵੇ, ਮਸਲਾ ਹੋਵੇ, ਜਾਂ ਵਪਾਰ ਮੰਡਲ ਦਲਾਵਰ ਸਿੰਘ ਹੋਰਾਂ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਨੂੰ ਹੱਲ ਤੁਹਾਡੀ ਸਰਕਾਰ ਨੇ ਹੀ ਕਰਨਾ। ਕਿੰਨੀ ਸੁਹਿਰਦਤਾ ਦੇ ਨਾਲ ਕਰਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ। ਬਿਲਕੁਲ ਹਰਪ੍ਰੀਤ ਜੀ, ਅਸੀਂ ਜਿਹੜਾ ਹੈਗਾ ਵਾ ਵਪਾਰ ਮੰਡਲ ਦੇ ਨਾਲ ਆ, ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ। ਸੀਐਮ ਸਾਹਿਬ ਨਾਲ ਫਿਰ ਟੇਕਅਪ ਕਰਾਂਗੇ ਇਸ ਮੈਟਰ ਨੂੰ। ਬਾਕੀ ਦੇਖੋ, ਜਿਵੇਂ ਨਾਲ ਦਿਆਂ ਸੂਬਿਆਂ ਨੇ ਰਾਜਸਥਾਨ, ਹਰਿਆਣਾ, ਦਿੱਲੀ ਲਾਕਡਾਊਨ ਲੱਗ ਗਿਆ, ਅਸੀਂ ਤੇ ਚਾਹੁੰਦੇ ਸੀ, ਸੀਐਮ ਸਾਹਿਬ ਦੀ ਇਹ ਮਨਸ਼ਾ ਸੀਗਾ ਕਿ ਪ੍ਰੋਪਰ ਲਾਕਡਾਊਨ ਨਾ ਲਾਇਆ ਜਾਵੇ। ਖੈਰ ਹੁਣ ਜਿਹੜੀ ਇਹਨਾਂ ਦੀਆਂ ਵੀ ਜਿਹੜੀਆਂ ਗੱਲਾਂ ਨੇ ਉਹ ਵੀ ਠੀਕ ਨੇ, ਬਟ ਜਿਹੜੀਆਂ ਨਾ ਕਈ ਕੁਝ ਦੁਕਾਨਦਾਰ ਪ੍ਰੋਟੋਕਾਲ ਫੋਲੋ ਕਰਦੇ ਸੀ, ਬਟ ਮੋਸਟ ਆਫ ਦੀ ਜਿਹੜੇ ਲੋਕ ਸੀ ਉਹ ਫੋਲੋ ਨਹੀਂ ਸੀ ਕਰਦੇ ਪ੍ਰੋਟੋਕਾਲਸ। ਦੂਜੀ ਗੱਲ ਲਦਰ ਸਾਹਿਬ ਨੇ ਜਿਹੜੀ ਗੱਲ ਕੀ ਜੀ, ਦੇਖੋ ਇਹਦੇ ਹਰਪ੍ਰੀਤ ਜੀ ਇਕੱਲਾ ਸਟੇਟ ਦਾ ਨਹੀਂ, ਆਕਸੀਜਨ ਵੈਕਸੀਨੇਸ਼ਨ ਦਾ ਸਾਰਾ ਕੰਟਰੋਲ ਸੈਂਟਰ ਕੋਲ ਆ। ਸੈਂਟਰ ਨੇ ਸਿਰਫ 3 ਹੀ ਕੰਮ ਕੀਤੇ ਆਪਣੀ, ਇਲੈਕਸ਼ਨ ਮੈਨੇਜਮੈਂਟ, ਮੀਡੀਆ ਮੈਨੇਜਮੈਂਟ ਔਰ ਇਵੈਂਟ ਮੈਨੇਜਮੈਂਟ। ਔਰ ਇਹਨਾਂ ਦੇ ਸਾਰੀ ਕੈਬਨਿਟ ਨੇ, ਯੂਨੀਅਨ ਕੈਬਨਿਟ ਨੇ ਸਿਰਫ ਇਹ ਤੇ ਧਿਆਨ ਦਿੱਤਾ ਕਿ ਮੋਦੀ ਜੀ ਦੀ ਛਵੀ ਕਿਵੇਂ ਚੰਗੀ ਰਹਿਣੀ ਚਾਹੀਦੀ ਹੈ। ਵੈਕਸੀਨੇਸ਼ਨ ਚਾਹੇ ਬਾਹਰ ਭੇਜ ਕੇ ਆਪਣੀ ਵਾਹਵਾਹੀ ਖੱਟਣੀ ਹੋਵੇ, ਆਕਸੀਜਨ ਬਾਹਰ ਭੇਜ ਕੇ ਕੱਟਣੀ ਹੋਵੇ। ਸੋ ਇਹਦੇ ਚ ਟੋਟਲ ਖੁੱਲਰ ਸਾਹਿਬ ਨਾ ਜਾਓ ਸਿਆਸਤ ਕੀਤਾ ਉਹ ਸੈਂਟਰ ਸਵਾਲ ਫਿਰ ਬੜੇ ਸਾਰੇ ਸਵਾਲ ਨੇ ਮੇਰੇ ਕੋਲ। ਤੁਹਾਡੀ ਸਰਕਾਰ ਤੇ ਵੀ ਬੜੇ ਸਾਰੇ ਸਵਾਲ ਆ ਜਾਣੇ ਨੇ, ਛੱਡੋ ਉਸ ਵੱਲ ਨਾ ਜਾਓ। ਜਾਂਦੇ ਜਾਂਦੇ ਮੈਨੂੰ ਇਹ ਦੱਸ ਦਿਓ ਕਿ ਰਾਣਾ ਸਾਹਿਬ ਦੀ ਸਿਚੁਏਸ਼ਨ ਹੱਲ ਹੋ ਜਾਏਗੀ? ਸਾਡੇ ਸਾਰੇ ਪੰਜਾਬ ਵਾਸੀਆਂ ਵਾਸਤੇ ਅੱਜ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਹੈਗੀ ਹੈ ਕਿ 9000 ਸਿਹਤ ਮੁਲਾਜ਼ਮ ਜੇ ਹੜਤਾਲ ਤੇ ਚਲੇ ਗਏ ਤਾਂ ਸਾਡਾ ਸਿਹਤ ਸਿਸਟਮ ਕ੍ਰੈਸ਼ ਹੋ ਜਾਏਗਾ। ਉੱਥੋਂ ਕਿਵੇਂ ਬਚਾਂਗੇ ਅਸੀਂ?
ਹਰਪ੍ਰੀਤ ਜੀ, ਮੈਂ ਤੇ ਤੁਹਾਡੇ ਚੈਨਲ ਰਾਹੀਂ ਇਹਨਾਂ ਨੂੰ, ਰਾਣਾ ਜੀ ਨੂੰ ਅੱਗੇ ਵੀ ਗੱਲ ਕੀਤੀ, ਫਿਰ ਵਿਸ਼ਵਾਸ ਦਿਵਾ ਰਿਹਾ ਕਿ ਇਹਨਾਂ ਦਾ ਜਲਦੀ ਮਸਲਾ ਹੱਲ ਕਰਾਂਗੇ। ਇਹ ਸਟ੍ਰਾਈਕ ਤੇ ਨਾ ਜਾਣ। ਅਸੀਂ ਇਹਦੇ ਤੇ ਸੀਰੀਅਸ ਨੋਟਸ ਤੇ ਸਰਕਾਰ ਕੰਮ ਕਰ ਰਹੀ ਆ, ਥੋੜੇ ਦਿਨਾਂ 'ਚ ਇਹਦਾ ਹੱਲ ਕਰ ਦਿੱਤਾ ਜਾਊਗਾ। ਮੈਂ ਤੇ ਇਹੋ ਹੀ ਆਸ਼ਵਾਸਨ ਦੇ ਸਕਦਾ ਜੀ ਆਪਣੀ ਸਰਕਾਰ ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਸਮਾਂ ਘੱਟ ਹੈ। ਰਾਣਾ ਸਾਹਿਬ, ਅਸੀਂ ਆਪਣੇ ਵੱਲੋਂ ਵੀ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਸਰਕਾਰ ਦਾ ਜਾਂ ਆਪਣਾ ਇੱਕ ਪਾਸੇ ਰੱਖ ਦਿਓ ਸਾਰੀਆਂ ਚੀਜ਼ਾਂ। ਹਲੇ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਇਨਸਾਨੀ ਜ਼ਿੰਦਗੀ ਮੈਟਰ ਕਰਦੀ ਹੈ, ਇਨਸਾਨ ਲੋਕ ਮੈਟਰ ਕਰਦੇ ਨੇ। ਉਹ ਲੋਕ ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਉਹ ਲੋਕ ਜਿਹੜੇ ਬੜੇ ਆਸ ਤੇ ਉਮੀਦ ਦੇ ਨਾਲ ਤੁਹਾਡੇ ਕੋਲ ਆਉਂਦੇ ਨੇ, ਹਸਪਤਾਲਾਂ ਦੇ ਵਿੱਚ ਆਉਂਦੇ ਨੇ ਕਿ ਸਾਨੂੰ ਇੱਕ ਜੀਵਨ ਦਾਨ ਮਿਲੇਗਾ। ਜਦੋਂ ਜੀਵਨ ਦਾਨ ਦੇਣ ਵਾਲਾ ਹੀ ਕਵੇ ਕਿ ਸਾਡੀਆਂ ਮੰਗਾਂ ਪਹਿਲਾਂ ਪੂਰੀਆਂ ਕਰੋ, ਅਸੀਂ ਸਟ੍ਰਾਈਕ ਤੇ ਬੈਠੇ ਹਾਂ, ਤੇ ਬੜੀ ਆਸ ਜਿਹੜੀ ਹੈ ਉਹ ਡੁੱਬ ਜਾਂਦੀ ਹੈਗੀ ਹੈ, ਕਿਉਂਕਿ ਤੁਹਾਡੀ ਇਹ ਸਰਵਿਸ, ਇਹ ਸੇਵਾ ਹੈਗੀ ਹੈ, ਸੇਵਾ ਨੂੰ ਪ੍ਰਮੁਖਤਾ ਨਾਲ ਨਿਭਾਇਆ ਜਾਂਦਾ। ਸੋ ਸਾਡੇ ਵੱਲੋਂ ਤਾਂ ਤੁਹਾਨੂੰ ਇਹ ਅਪੀਲ ਹੈ ਕਿ ਹੜਤਾਲ ਤੇ ਨਾ ਜਾਇਆ ਜਾਵੇ ਤਾਂ ਬਿਹਤਰ ਰਹੇਗਾ। ਇਹ ਗੱਲ ਵੀ ਲੱਦੜ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਨਾਇਨਸਾਫੀ ਹੋਈ ਹੈ। ਇੰਨੇ ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ, ਤੁਹਾਨੂੰ ਪੱਕਾ ਨਹੀਂ ਕੀਤਾ ਗਿਆ, ਔਰ ਸਰਕਾਰ ਇਸ ਮੁੱਦੇ ਨੂੰ ਟੇਕ ਅਪ ਕਰੇ ਔਰ ਜਲਦੀ ਹੱਲ ਕਰੇ ਤਾਂ ਜੋ ਇਹ ਸਾਰੀ ਸਮੱਸਿਆ ਜਿਹੜੀ ਉਹ ਦੂਰ ਹੋ ਸਕੇ, ਕਿਉਂਕਿ ਇਹ ਜੰਗ ਬਹੁਤ ਵੱਡੀ ਹੈ, ਸਾਰਿਆਂ ਨੂੰ ਮਿਲ ਕੇ ਹੀ ਲੜਨੀ ਪੈਣੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सहे चलती रहे।